ਕਿਸਾਨ ਜੀ ਲੱਖਾਂ ਕਿਸਾਨਾਂ ਦੀ ਤੁਸੀਂ ਇੰਟਰਵਿਊ ਨਹੀਂ ਲੱਤੀ, ਉੱਥੇ ਤੁਸੀਂ ਉਹਨਾਂ ਦੀ ਉਹ ਲੰਦੇ ਜਿਹੜੇ ਉਹ ਆ ਕੀ ਉਹ ਕਿਸਾਨ ਹੈ ਤੇ ਉੱਥੇ ਦਿਹਾੜੀ ਦੇ ਲਿਆ ਕੇ ਇਕੱਠੇ ਬਿਠਾਏ ਹੋਏ ਨੇ। ਤੇ ਜੇ ਆਪਾਂ ਗੱਲ ਕਰੀਏ ਕਿਸਾਨੀ ਸੰਘਰਸ਼ ਨੂੰ, ਪਹਿਲਾਂ ਤਾਂ ਆਪਾਂ ਤੁਹਾਨੂੰ ਇਹ ਪੁੱਛਾਂਗੇ, ਤੁਸੀਂ ਮੰਨਦੇ ਹੋ ਵੀ ਜਿਹੜੇ ਧਰਨੇ ਤੇ ਬੈਠੇ ਕਿਸਾਨ ਹੈ? ਸੰਜੀਵ ਘਨੌਲੀ ਵੱਲੋਂ ਕਿਹਾ ਗਿਆ ਹੈ ਕਿ ਉਹ ਕਿਸਾਨ ਨਹੀਂ, ਉਹ ਤਾਂ ਸਿਰਫ ਦਿਹਾੜੀਦਾਰ ਦੇ ਜਿਹੜੇ ਲੈ ਕੇ ਬਿਠਾ ਦਿੱਤੇ ਗਏ ਨੇ। ਉਹਨਾਂ ਦੀ ਸੋਚ ਮੁਤਾਬਕ ਨਹੀਂ ਸਭ ਕੁਝ ਹੋ ਰਿਹਾ। ਜੇ ਆਪਾਂ ਕਹੀਏ ਦਿਹਾੜੀਦਾਰ ਬਿਠਾ ਲੈਣੇ, ਕੋਈ 40-42 ਦਿਨ ਕੋਈ ਦਿਹਾੜੀਦਾਰ ਨਹੀਂ ਬੈਠਦੇ ਹੁੰਦੇ। ਜੇ ਤੁਸੀਂ ਦੇਖ ਲਓ 40 ਦਿਨ ਦਿਹਾੜੀਦਾਰ ਬਿਠਾ ਕੇ ਕੋਈ ਬੈਠਦੇ ਆ ਕਿਤੇ ਭਾਵੇਂ। ਜਿਹੜੀ ਉਹ ਸੈਨਾ ਹੈ ਉਹਦਾ ਮੈਂ ਦੁਬਾਰਾ ਨਾਮ ਨਹੀਂ ਲੈਣਾ, ਉਹ ਇੱਕ ਬਾਂਦਰ ਸੈਨਾ ਦਾ ਪ੍ਰਧਾਨ ਹੈ। 70 ਕਿਸਾਨ ਹੈ, ਸਾਨੂੰ ਬਹੁਤ ਅਸੀਂ ਦਿਲੋਂ ਸਾਨੂੰ ਦੁੱਖ ਹੈ ਇਸ ਚੀਜ਼ ਦਾ, ਬਹੁਤ ਜ਼ਿਆਦਾ ਦੁੱਖ ਹੈ ਵੀ ਕਿਸੇ ਮਾਂ ਦੇ ਪੁੱਤ ਨੇ, ਕਿਸੇ ਭੈਣ ਦੇ ਭਾਈ ਨੇ, ਠੀਕ ਹੈ ਜੀ। ਅਤੇ ਜਿਹੜੇ ਇਹ ਮੌਤਾਂ ਹੋਈਆਂ ਨੇ, ਅਸੀਂ ਇਹਦਾ ਬਹੁਤ ਹੀ ਸਾਨੂੰ ਵੀ ਦੁੱਖ ਹੈ ਇਸ ਚੀਜ਼ ਦਾ, ਪਰ ਇੱਕ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ। ਤੁਹਾਡੇ ਵੱਲੋਂ ਕਿਹਾ ਗਿਆ ਸਾਨੂੰ ਦੁੱਖ ਹੈ, ਪਰ ਸੰਜੀਵ ਘਨੌਲੀ ਵੱਲੋਂ ਜਿਹੜਾ ਕਿਹਾ ਗਿਆ ਸੀ ਉਹ 'ਚ ਸ਼ਬਦ ਸੀਗੇ ਵੀ ਉਹ ਅਸੀਂ ਕੁੱਟ ਕੇ ਤਾਂ ਨਹੀਂ ਮਾਰੇ, ਉਹ ਆਪ ਜਾ ਕੇ ਮਰੇ। ਕਿਸੇ ਨੂੰ ਕਹਿੰਦਾ ਜੁੱਤੀਆਂ ਨੂੰ, ਪੰਜਾਬੀਆਂ ਨੂੰ ਕਹਿੰਦਾ ਇਹਨਾਂ ਨੂੰ ਜੁੱਤੀਆਂ ਦੀ ਕਮੀ ਹੈ। ਜੁੱਤੀਆਂ ਦੀ ਕਮੀ ਤਾਂ ਉਸ ਬੰਦੇ ਨੂੰ ਹੈ। ਮੈਂ ਉਹਨੂੰ ਸਿੱਧਾ ਚੈਲੰਜ ਕੀਤਾ ਸੀ ਕੱਲ੍ਹ ਦਾ, ਉਹਦਾ ਕੋਈ ਰਿਪਲਾਈ ਨਹੀਂ ਆਇਆ, ਕੋਈ ਜਵਾਬ ਨਹੀਂ ਆਇਆ, ਨਾ ਉਹਨਾਂ ਕੋਈ ਟਾਈਮ ਦੱਸਿਆ। ਮੈਂ ਕਿਹਾ ਸੀ ਵੀ ਤੂੰ ਜਦ ਮਰਜ਼ੀ ਆ ਜਾ, ਜਿੱਥੇ ਮਰਜ਼ੀ ਆ ਜਾ, ਤੈਨੂੰ ਦੱਸ ਦਿਆਂ ਵੀ ਜੁੱਤੀਆਂ ਦੀ ਕਮੀ ਤੈਨੂੰ ਹੈ ਕਿ ਸਾਨੂੰ ਹੈ। ਆਪਣੀ ਸੋਚ ਦੇ ਮੁਤਾਬਕ ਬੋਲ ਰਹੇ ਨੇ, ਉਹਨਾਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਬਸ ਸਿਕਿਉਰਿਟੀ ਲੈਣ ਦੇ ਚੱਕਰ 'ਚ ਉਹਨੂੰ ਮਤਲਬ ਆਪਣੇ ਆਪ ਨੂੰ ਸਟੰਟ ਖੇਲਣ ਦੇ ਚੱਕਰ 'ਚ ਉਹ ਬੋਲਣ ਲੱਗ ਗਿਆ ਕੈਮਰੇ ਮੂਹਰੇ। ਉਹਨੂੰ ਪਤਾ ਹੀ ਨਹੀਂ MSP ਕਿਆ ਹੈ ਜਾਂ ਬਿੱਲ ਕਿਆ ਹੈ। ਉਹ ਪੱਤਰਕਾਰ ਨਾਲ ਉਹਦੀ 4 ਵਾਰ ਜਿੰਨੀ ਬੇਇੱਜ਼ਤੀ ਅਸੀਂ ਕੀਤੀ, ਉਹ ਤੋਂ ਬਾਅਦ ਪੱਤਰਕਾਰ ਨੇ ਕੀਤੀ ਉਹਨੂੰ ਪੁੱਛ ਕੇ। ਇਹ ਜਦੋਂ ਅਸੀਂ ਕੈਮਰੇ ਦੇ ਅੱਗੇ ਆਉਂਦੇ ਆ ਨਾ, ਜਦੋਂ ਅਸੀਂ ਕਿਤੇ ਬੋਲਣਾ ਹੁੰਦਾ ਕਿਤੇ, ਸਾਨੂੰ ਪਹਿਲਾਂ ਆਪਣਾ ਹੋਮਵਰਕ ਕਰਕੇ ਆਉਣਾ ਚਾਹੀਦਾ। ਸਾਨੂੰ ਜੋ ਅਸੀਂ ਜਿਸ ਮੰਨ ਲਓ ਅਸੀਂ ਮੁੱਦੇ 'ਤੇ ਗੱਲ ਕਰਨੀ ਆ, ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਆਹ ਮੁੱਦੇ 'ਤੇ ਗੱਲ ਕਰਨੀ ਆ, ਸਾਨੂੰ ਅੱਗਿਓਂ ਆਹ ਸਵਾਲ ਹੋ ਸਕਦੇ ਨੇ, ਅਸੀਂ ਆਹ ਜਵਾਬ ਦੇਣੇ ਆ। ਇੱਕ ਸੋਚ ਕੇ ਪਹਿਲਾਂ ਪੂਰਾ ਹੋਮਵਰਕ ਕਰੋ ਆਪਣੇ ਉਸ ਗੱਲ ਦਾ, ਫਿਰ ਬੋਲੋ। ਕੀ ਲੱਗਦਾ ਜੀ ਸਟੰਟ ਹੈ? ਬਿਲਕੁਲ, ਹੋਰ ਕੀ ਕਹਿ ਸਕਦੇ ਹੋ। ਪਿਛਲੇ ਦਿਨੀ ਸੰਜੀਵ ਘਨੌਲੀ ਵੱਲੋਂ ਇੱਕ ਬੇਤੁਕਾ ਜਿਹਾ ਬਿਆਨ ਜਿਹੜਾ ਦਿੱਤਾ ਗਿਆ ਸੀ, ਕਿਸਾਨਾਂ ਨੂੰ ਜਿਹੜਾ ਹੈ ਦੱਸਿਆ ਗਿਆ ਸੀ ਉਹ ਦਿਹਾੜੀ ਦੇ ਉੱਤੇ ਜਿਹੜੇ ਬੈਠੇ ਹੋਏ ਨੇ ਕਿਸਾਨ ਨਹੀਂ ਨੇ, ਕਿ ਦਿਹਾੜੀਦਾਰ ਲੈ ਕੇ ਜਿਹੜੇ ਬਿਠਾ ਦਿੱਤੇ ਹੋਏ ਆ। ਉਸੇ ਸੰਬੰਧ ਵਿੱਚ ਆਪਾਂ ਗੱਲਬਾਤ ਕਰਾਂਗੇ ਸ਼ਿਵ ਸੈਨਾ ਪ੍ਰਧਾਨ, ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਲਾਡੀ ਦੇ ਨਾਲ। ਸਵਾਗਤ ਹੈ ਲਾਡੀ ਜੀ ਤੁਹਾਡਾ। ਧੰਨਵਾਦ ਜੀ। ਜੈ ਸ਼੍ਰੀ ਰਾਮ, ਵਾਹਿ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਤੁਸੀਂ ਜੈਕਾਰਾ ਵੀ ਲਗਾਇਆ, ਜੈ ਸ਼੍ਰੀ ਰਾਮ ਦਾ ਨਾਰਾ ਵੀ ਜਿਹੜਾ ਲਾਇਆ। ਤੁਹਾਡੇ ਇੱਕ ਆਗੂ ਵੱਲੋਂ ਜਿਹੜਾ ਇੱਕ ਕਿਹਾ ਜਾ ਰਿਹਾ ਹੈ ਕਿ ਬੋਲੇ ਸੋਨੇਵਾਲ ਦੇ ਜਿਹੜੇ ਨਾਰੇ ਉੱਥੋਂ ਲਗਾਏ ਜਾ ਰਹੇ ਨੇ ਉਹ ਖਾਲਿਸਤਾਨੀ ਹੋਣ ਦੇ ਜਿਹੜੇ ਨਿਸ਼ਾਨੀ ਹੈ। ਦੇਖੋ, ਇੱਕ ਨਾਰਾ ਅਤੇ ਜੈਕਾਰਾ ਬੰਦੇ ਦੀ ਜਿਹੜੀ ਆ ਹੋਂਦ ਨਹੀਂ ਦੱਸ ਸਕਦਾ ਕਿ ਕੌਣ ਹੈ। ਇਹ ਸਾਡੇ ਸੰਸਕਾਰ ਹੁੰਦੇ ਨੇ ਜੋ ਅਸੀਂ ਆਪਣੇ ਘਰਾਂ 'ਚੋਂ ਸਿੱਖਦੇ ਹਾਂ, ਜੋ ਸਾਡੀ ਸੋਚ ਹੁੰਦੀ ਹੈ ਉਵੇਂ ਬੋਲਿਆ ਜਾਂਦਾ। ਇਹ ਕਿਸੇ ਦੀ ਉਹ ਨਹੀਂ ਹੈ ਵੀ ਨਾਰੇ ਲਾਣੇ ਨਾਲ ਖਾਲਿਸਤਾਨੀ ਬਣ ਗਿਆ। ਨਾਰਾ ਤਾਂ ਬੋਲੇ ਸੋਨੇਵਾਲ ਦਾ ਗੁਰੂ ਸਾਹਿਬਾਨਾਂ ਦੇ ਟਾਈਮ ਤੋਂ ਚੱਲਿਆ ਆ ਰਿਹਾ, ਉਹ ਸਾਡਾ ਬਣਾਇਆ ਥੋੜ੍ਹਾ ਜਿਹਾ ਖਾਲਿਸਤਾਨੀ ਦਾ ਬਣਾਇਆ ਹੋਇਆ। ਜੇ ਆਪਾਂ ਗੱਲ ਕਰੀਏ ਕਿਸਾਨੀ ਸੰਘਰਸ਼ ਨੂੰ, ਪਹਿਲਾਂ ਤਾਂ ਆਪਾਂ ਤੁਹਾਨੂੰ ਇਹ ਪੁੱਛਾਂਗੇ, ਤੁਸੀਂ ਮੰਨਦੇ ਹੋ ਵੀ ਜਿਹੜੇ ਧਰਨੇ ਤੇ ਬੈਠੇ ਕਿਸਾਨ ਹੈ? ਜਿੰਨੇ ਵੀ ਧਰਨੇ ਤੇ ਬੈਠੇ ਆ ਸਾਰੇ ਕਿਸਾਨ ਨੇ, ਕੋਈ ਗੈਰ ਕਿਸਾਨ ਨਹੀਂ ਹੈ। ਹੁਣ ਇਹ ਇਕੱਲਾ ਮੁੱਦਾ ਇੱਕ ਪੰਜਾਬ ਦੇ ਕਿਸਾਨਾਂ ਦਾ ਨਹੀਂ ਰਹਿ ਗਿਆ। ਪੂਰੇ ਹਿੰਦੁਸਤਾਨ ਤੋਂ ਜਿੱਥੇ ਜਿੱਥੇ ਕਿਸਾਨ ਬੈਠੇ ਉੱਥੋਂ ਦਿੱਲੀ ਆ ਰਹੇ ਨੇ, ਸਾਰੇ ਹੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸੰਜੀਵ ਘਨੌਲੀ ਵੱਲੋਂ ਕਿਹਾ ਗਿਆ ਹੈ ਕਿ ਉਹ ਕਿਸਾਨ ਨਹੀਂ, ਉਹ ਤਾਂ ਸਿਰਫ ਦਿਹਾੜੀਦਾਰ ਦੇ ਜਿਹੜੇ ਲੈ ਕੇ ਬਿਠਾ ਦਿੱਤੇ ਗਏ ਨੇ। ਦੇਖੋ, ਇਹ ਘਨੌਲੀ ਜੀ ਦੀ ਆਪਣੀ, ਸੰਜੀਵ ਜੀ ਦੀ ਆਪਣੀ ਸੋਚ ਹੈ ਇਹ, ਤੇ ਜੋ ਕਹਿ ਰਹੇ ਨੇ ਤਾਂ ਇਹ ਨਹੀਂ ਕਿ ਉਹ ਸੱਚ ਕਹਿ ਰਹੇ ਨੇ, ਇਹ ਸੋਚ ਹੁੰਦੀ ਹੈ ਇਨਸਾਨ ਦੀ ਆਪਣੀ ਇੱਕ। ਇਹ ਉਹਨਾਂ ਦੀ ਸੋਚ ਮੁਤਾਬਕ ਨਹੀਂ ਸਭ ਕੁਝ ਹੋ ਰਿਹਾ। ਜੇ ਆਪਾਂ ਕਹੀਏ ਦਿਹਾੜੀਦਾਰ ਬਿਠਾ ਲੈਣੇ, ਕੋਈ 40-42 ਦਿਨ ਕੋਈ ਦਿਹਾੜੀਦਾਰ ਨਹੀਂ ਬੈਠਦੇ ਹੁੰਦੇ। ਜੇ ਤੁਸੀਂ ਦੇਖ ਲਓ 40 ਦਿਨ ਦਿਹਾੜੀਦਾਰ ਬਿਠਾ ਕੇ ਕੋਈ ਬੈਠਦੇ ਆ ਕਿਤੇ ਭਾਵੇਂ। 40 ਦਿਨ ਜਿਹੜੇ ਉੱਥੇ ਬੈਠੇ ਹੋਏ ਨੇ। ਤੁਸੀਂ ਵੀ ਇੱਕ, ਮੈਂ ਸ਼ਿਵ ਸੈਨਾ ਦੀ ਆਪਾਂ ਗੱਲ ਕਰੀਏ, ਤੁਸੀਂ ਵੀ ਸ਼ਿਵ ਸੈਨਾ ਦੇ ਵਿੱਚ ਹੋ, ਕੀ ਏਜੰਡਾ ਤੁਹਾਡਾ? ਦੇਖੋ, ਸਾਡਾ ਏਜੰਡਾ ਤਾਂ ਹੈ ਦੇਸ਼ ਦੀ ਏਕਤਾ ਅਖੰਡਤਾ ਲਈ ਅਸੀਂ ਕੰਮ ਕਰਦੇ ਆ ਰਹੇ ਹਾਂ। ਜੋ ਦੇਸ਼ ਦੇ ਹਿੱਤ ਦੀ ਕਾਰਜ ਅਸੀਂ ਉਹ ਕਰਾਂਗੇ, ਉਹ ਅਸੀਂ ਕਰਦੇ ਆ ਰਹੇ ਹਾਂ। ਦੇਸ਼ ਦੀ ਹਿੱਤ ਦੀ ਗੱਲ ਕਰਦੇ ਆ, ਉਹ ਕਰਦੇ ਰਹੋਗੇ। 26 ਜਨਵਰੀ ਨੂੰ ਕਿਵੇਂ ਦੇਖਦੇ ਹੋ? 26 ਜਨਵਰੀ ਨੂੰ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਜੋ ਸੰਵਿਧਾਨ ਲਾਗੂ ਹੋਇਆ ਸੀ, ਤੇ ਜੋ ਕਿਸਾਨਾਂ ਨੇ ਇੱਕ ਆਪਣਾ ਤਿਆਰੀ ਕੀਤੀ ਆਪਣੀ ਪਰੇਡ ਦੀ, ਤੇ ਕੁਛ ਹੱਦ ਤੱਕ ਮੈਂ ਉਹਨੂੰ ਜਾਇਜ਼ ਵੀ ਕਹਿ ਸਕਦਾ, ਪਰ ਕੁਛ ਹੱਦ ਤੱਕ ਜਿਹੜਾ ਜਿਵੇਂ ਆਪਣਾ ਧਰਨਾ ਚੱਲ ਰਿਹਾ ਸੀ ਸ਼ਾਂਤੀਪੂਰਵਕ, ਜਿਵੇਂ ਮੈਂ ਤਾਂ ਕਹਿੰਦਾ ਉਵੇਂ ਚੱਲਣ ਦੇਣਾ ਚਾਹੀਦਾ। ਪਰੇਡ ਵੀ ਜਿਹੜੀ ਹੈ ਸ਼ਾਂਤੀਪੂਰਵਕ ਹੈ। ਉਹਨਾਂ ਤੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਕਿ ਆਪਾਂ ਕਿਸਾਨਾਂ ਨੂੰ ਵੀ ਪੂਰਾ ਹੱਕ ਹੈ ਦਿੱਲੀ ਦੇ ਵਿੱਚ ਪਰੇਡ ਕਰਨ ਦਾ। ਤੁਸੀਂ ਮੰਨਦੇ ਹੋ? ਨਹੀਂ ਗੱਲ ਨਹੀਂ ਮੰਨਦੇ ਹੋ? ਨਹੀਂ, ਦੇਖੋ, ਜਿਹੜੀ ਪਰੇਡ ਹੈ ਉਹ ਤਾਂ ਸਾਡੇ ਜਵਾਨ ਹੀ ਕਰਦੇ ਨੇ। ਜਵਾਨਾਂ ਦੇ ਨਾਲ ਕਿਸਾਨ, ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਹੈ ਪਹਿਲਾਂ ਦੇਸ਼ ਨੂੰ ਦਿੱਤਾ ਗਿਆ। ਪਤਾ, ਮੈਂ ਤੁਹਾਡੇ ਨਾਰੇ ਦੀ ਵੀ ਗੱਲ ਮੰਨਦਾ, ਪਰ ਅੱਜ ਤੱਕ ਕਦੇ ਪਹਿਲਾਂ ਪਰੇਡ ਨਹੀਂ ਹੋਈ ਹੈ। ਪਰੇਡ ਤਾਂ ਇੱਕ ਜਿਹੜਾ ਅਲੱਗ ਮੈਟਰ ਹੈ। ਅੱਜ ਤੱਕ ਤਾਂ ਕਿਸਾਨਾਂ ਦਾ ਸੰਘਰਸ਼ ਵੀ ਜਿਹੜਾ ਨਹੀਂ ਗਿਆ ਦਿੱਲੀ, ਕਦੇ ਇੱਦਾਂ ਨਹੀਂ ਹੋਇਆ। ਤੁਸੀਂ ਦੇਖਦੇ ਨਹੀਂ ਹੋ, ਤੁਸੀਂ ਦੇਖ ਸਕਦੇ ਹੋ। ਜਾਂ ਗੱਲ ਕਰੋਗੇ ਜੇ 70 ਕਿਸਾਨਾਂ ਦੀ ਜਿਹੜੀ ਮੌਤ ਹੋ ਗਈ ਹੈ ਸ਼ੰਭੂ ਬਾਰਡਰ ਤੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? 70 ਕਿਸਾਨ ਹੈ, ਸਾਨੂੰ ਬਹੁਤ, ਅਸੀਂ ਦਿਲੋਂ ਸਾਨੂੰ ਦੁੱਖ ਹੈ ਇਸ ਚੀਜ਼ ਦਾ, ਬਹੁਤ ਜ਼ਿਆਦਾ ਦੁੱਖ ਹੈ ਵੀ ਕਿਸੇ ਮਾਂ ਦੇ ਪੁੱਤ ਨੇ, ਕਿਸੇ ਭੈਣ ਦੇ ਭਾਈ ਨੇ,
ਠੀਕ ਹੈ ਜੀ। ਤੇ ਜਿਹੜੇ ਇਹ ਮੌਤਾਂ ਹੋਈਆਂ ਨੇ ਅਸੀਂ ਇਹਦਾ ਬਹੁਤ ਹੀ ਸਾਨੂੰ ਵੀ ਦੁੱਖ ਹੈ ਇਸ ਚੀਜ਼ ਦਾ, ਪਰ ਇੱਕ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ। ਤੁਹਾਨੂੰ ਤੁਹਾਡੇ ਵੱਲੋਂ ਕਿਹਾ ਗਿਆ ਸਾਨੂੰ ਦੁੱਖ ਹੈ, ਪਰ ਸੰਜੀਵ ਘਨੌਲੀ ਵੱਲੋਂ ਜਿਹੜਾ ਕਿਹਾ ਗਿਆ ਸੀ ਉਹ 'ਚ ਸ਼ਬਦ ਸੀਗੇ ਵੀ ਉਹ ਅਸੀਂ ਕੁੱਟ ਕੇ ਤਾਂ ਨਹੀਂ ਮਾਰੇ, ਉਹ ਆਪ ਜਾ ਕੇ ਮਰੇ। ਦੇਖੋ ਮੈਂ ਪਹਿਲਾਂ ਇਸ ਮੁੱਦੇ ਤੇ ਗੱਲ ਕਰ ਚੁੱਕਿਆ, ਜੋ ਸੰਜੀਵ ਜੀ ਕਹਿ ਰਹੇ ਉਹਨਾਂ ਦੀ ਆਪਣੀ ਸੋਚ ਹੈ, ਇੱਕ ਆਪਣੀ ਸੋਚ ਦੇ ਮੁਤਾਬਕ ਬੋਲ ਰਹੇ ਨੇ, ਉਹਨਾਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਗੱਲ ਦਾ। ਜਦੋਂ ਤੁਸੀਂ ਸ਼ਾਮਲ ਹੁੰਦੇ ਹੋ ਸ਼ਿਵ ਸੈਨਾ ਦੇ ਵਿੱਚ, ਕੋਈ ਐਲੀਜੀਬਿਲਟੀ ਹੈਗੀ ਜਾਂ ਜਿਹੜਾ ਚੱਕਿਆ ਸ਼ਾਮਲ ਹੋ ਗਿਆ? ਨਹੀਂ, ਐਲੀਜੀਬਿਲਟੀ ਕਿਉਂ, ਅਸੀਂ ਬੰਦੇ ਦਾ ਕਰੈਕਟਰ ਚੈੱਕ ਕਰਦੇ ਹਾਂ, ਸਾਰਾ ਉਹਦੇ ਬਾਰੇ ਵੈਰੀਫਾਈ ਕਰਦੇ ਹਾਂ, ਫਿਰ ਅਸੀਂ ਉਹਨੂੰ ਬੜੀ ਉਹਦੀ ਹੈ ਆਪਣਾ ਅਸੀਂ ਉਹਨੂੰ ਕੋਈ ਜਿਵੇਂ ਅਹੁਦਾ ਹੋ ਗਿਆ ਜਾਂ ਉਹਨੂੰ ਸ਼ਾਮਲ ਕਰਨਾ ਜਿਵੇਂ ਵੀ ਹੈ, ਅਸੀਂ ਉਹਦੇ ਬਾਅਦ ਅਸੀਂ ਦੇਖਦੇ ਹਾਂ ਸਾਰਾ ਉਹਦਾ ਵੈਰੀਫਾਈ ਕਰਕੇ ਬੰਦੇ ਦਾ। ਤੁਸੀਂ ਵੈਰੀਫਾਈ ਕਰਕੇ ਕਰਦੇ ਹੋ। MSP ਜਿਹੜਾ ਹੈ ਕਹਿਣਾ ਨਹੀਂ ਆ ਰਿਹਾ ਤੁਹਾਡੇ? MSP ਦੇਖੋ ਕਿਉਂ ਨਹੀਂ ਕਹਿਣਾ ਆ ਰਿਹਾ, ਤਾਂ ਉਹਨਾਂ ਦੀ ਸੋਚ ਹੈ ਨਾ, MSP ਕਹਿਣਾ ਆਉਣਾ ਚਾਹੀਦਾ ਉਹਨਾਂ ਨੂੰ। MSP ਕੋ ਬਹੁਤ ਵੱਡੀ ਫਾਰਮ ਥੋੜਾ ਕੋਈ ਇਹ, ਤੁਹਾਨੂੰ ਪਤਾ ਹੀ ਹੈ MSP ਮਿਨੀਮਮ ਸਪੋਰਟ ਪ੍ਰਾਈਜ਼ ਇਹਦਾ ਹੈਗਾ, ਮੀਨਿੰਗਫੁਲ ਫਾਰਮ ਹੈਗੀ ਹੈ, ਤੇ ਇਹਦੀ ਆਪਣਾ MSP ਦੀ ਇਹ ਤਾਂ ਬਹੁਤ ਈਜ਼ੀਲੀ ਗੱਲ ਹੈ। ਮੈਂ ਤਾਂ ਹੁਣ ਇਹ ਤੁਹਾਡੀ ਗੱਲ ਤੁਸੀਂ ਕਹਿ ਰਹੇ ਹੋ MSP ਨਹੀਂ ਕਹਿਣਾ ਆ ਰਿਹਾ, ਇਹ ਜਦੋਂ ਅਸੀਂ ਕੈਮਰੇ ਦੇ ਅੱਗੇ ਆਉਂਦੇ ਆ ਨਾ, ਜਦੋਂ ਅਸੀਂ ਕਿਤੇ ਬੋਲਣਾ ਹੁੰਦਾ ਕਿਤੇ, ਸਾਨੂੰ ਪਹਿਲਾਂ ਆਪਣਾ ਹੋਮਵਰਕ ਕਰਕੇ ਆਉਣਾ ਚਾਹੀਦਾ। ਸਾਨੂੰ ਜੋ ਅਸੀਂ ਜਿਸ ਮੰਨ ਲਓ ਅਸੀਂ ਮੁੱਦੇ ਤੇ ਗੱਲ ਕਰਨੀ ਆ, ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਆਹ ਮੁੱਦੇ ਤੇ ਗੱਲ ਕਰਨੀ ਆ, ਸਾਨੂੰ ਅੱਗਿਓਂ ਆਹ ਸਵਾਲ ਹੋ ਸਕਦੇ ਨੇ, ਅਸੀਂ ਆਹ ਜਵਾਬ ਦੇਣੇ ਆ। ਇੱਕ ਸੋਚ ਕੇ ਪਹਿਲਾਂ ਪੂਰਾ ਹੋਮਵਰਕ ਕਰੋ ਆਪਣੇ ਉਸ ਗੱਲ ਦਾ, ਫਿਰ ਬੋਲੋ। ਅੱਜ ਤੁਹਾਡੇ ਕੋਲ ਵਾਪਸ ਆਉਂਦੇ ਆਪਾਂ ਇੱਥੇ ਗੱਲਬਾਤ ਕਰਾਂਗੇ। ਇੱਕ ਅਜਿਹਾ ਵਿਅਕਤੀ, ਇੱਕ ਅਜਿਹਾ ਨੌਜਵਾਨ ਸਾਡੇ ਨਾਲ ਬੈਠਾ ਹੋਇਆ ਜਿਹਦੀ ਇੱਕ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਵਾਇਰਲ ਹੋਈ ਸੀ, ਜਿਹੜਾ ਹੈ ਰਿਪਲਾਈ ਸੰਜੀਵ ਘਨੌਲੀ ਨੂੰ ਦਿੱਤਾ ਗਿਆ ਸੀ। ਗੱਲਬਾਤ ਕਰਾਂਗੇ। ਬਾਈ ਜੀ ਕੀ ਨਾਂ ਹੈ ਜੀ? ਸੇਠੀ ਸ਼ਰਮਾ ਨਾਂ ਹੈ ਜੀ ਮੇਰਾ। ਸੇਠੀ ਸ਼ਰਮਾ ਜੀ, ਤੁਹਾਡੀ ਇੱਕ ਵੀਡੀਓ ਬੜੀ ਵਾਇਰਲ ਜਿਹੜੀ ਹੋਈ ਹੈ, ਲੱਖ ਦੇ ਕਰੀਬ ਜਿਹੜੀ ਪਹੁੰਚ ਚੁੱਕੀ ਹੈ, ਕਿਵੇਂ ਦੇਖਦੇ ਹੋ ਤੁਸੀਂ? ਸੰਜੀਵ ਘਨੌਲੀ ਨੇ ਇੱਕ ਮੈਸੇਜ ਦਿੱਤਾ ਸੀ, ਇੱਕ ਜਵਾਬ ਦਿੱਤਾ ਸੀ। ਸੰਜੀਵ ਘਨੌਲੀ, ਮੈਂ ਕੱਲ ਜਿਹੜੀ ਵੀਡੀਓ ਆਪਾਂ ਕੀਤੀ ਸੀ ਉਹਦੇ 'ਚ ਮੈਂ ਦੱਸਿਆ ਸੀ ਵੀ ਜਿਹੜੀ ਉਹ ਸੈਨਾ ਹੈ ਉਹਦਾ ਮੈਂ ਦੁਬਾਰਾ ਨਾਮ ਨਹੀਂ ਲੈਣਾ, ਉਹ ਇੱਕ ਬਾਂਦਰ ਸੈਨਾ ਦਾ ਪ੍ਰਧਾਨ ਹੈ, ਤੇ ਉਹ ਪ੍ਰਧਾਨ ਹੋਣ ਦੇ ਨਾਤੇ ਕਿਸਾਨਾਂ ਬਾਰੇ ਇੰਨੀ ਭੱਦੀ ਸ਼ਬਦਾਵਲੀ ਬੋਲੀ ਉਸ ਬੰਦੇ ਨੇ, ਜਦ ਕਿ ਉਹਦੀ ਔਕਾਤ ਇੰਨੀ ਹੈ ਨਹੀਂ ਹੈ। ਉਹ ਚਾਹੁੰਦਾ ਨਹੀਂ ਸੀ ਕਿ ਉਹ ਕਿਆ ਹੈ, ਉਹਨੂੰ ਬੋਲਣਾ ਕਿਆ ਸੀ, ਸਿਰਫ ਪਬਲਿਸਿਟੀ ਸਟੰਟ ਸੀ। ਕਿਸਾਨਾਂ ਨੂੰ ਇੰਨਾ ਭੱਦੀ ਸ਼ਬਦਾਵਲੀ ਬੋਲਣਾ ਕਿਸੇ ਨੂੰ ਸ਼ੋਭਦਾ ਨਹੀਂ। ਅੱਜ ਪੰਜਾਬ ਦੀ ਜਾਂ ਕੋਈ ਹਿੰਦੁਸਤਾਨ ਦੀ ਕੋਈ ਐਸੀ ਰੂਹ ਨਹੀਂ ਹੈ ਚੰਗੀ ਜਿਹੜੀ ਉਸ ਧਰਨੇ 'ਚ ਨਾ ਪਹੁੰਚੀ ਹੋਵੇ। ਹਰ ਬੰਦਾ ਉੱਥੇ ਆਪਣੀ ਮਤਲਬ ਜਿਹੜੀ ਜ਼ਿੰਮੇਵਾਰੀ ਹੈ, ਇਕਲਾਕੀ ਫਰਜ਼ ਸਮਝਦਾ ਹੋਇਆ ਉੱਥੇ ਹਾਜ਼ਰ ਹੋ ਰਿਹਾ, ਪਹੁੰਚ ਰਿਹਾ। ਉਹ ਕਿਸੇ ਨੂੰ ਦਿਹਾੜੀ ਵਾਲੇ ਦੱਸਦਾ ਪਿਆ, ਕਿਸੇ ਨੂੰ ਕਹਿੰਦਾ ਜੁੱਤੀਆਂ ਨੂੰ, ਪੰਜਾਬੀਆਂ ਨੂੰ ਕਹਿੰਦਾ ਇਹਨਾਂ ਨੂੰ ਜੁੱਤੀਆਂ ਦੀ ਕਮੀ ਹੈ। ਜੁੱਤੀਆਂ ਦੀ ਕਮੀ ਤਾਂ ਉਸ ਬੰਦੇ ਨੂੰ ਹੈ। ਮੈਂ ਉਹਨੂੰ ਸਿੱਧਾ ਚੈਲੰਜ ਕੀਤਾ ਸੀ, ਕੱਲ੍ਹ ਦਾ ਉਹਦਾ ਕੋਈ ਰਿਪਲਾਈ ਨਹੀਂ ਆਇਆ, ਕੋਈ ਜਵਾਬ ਨਹੀਂ ਆਇਆ, ਨਾ ਉਹਨਾਂ ਕੋਈ ਟਾਈਮ ਦੱਸਿਆ। ਮੈਂ ਕਿਹਾ ਸੀ ਵੀ ਤੂੰ ਜਦ ਮਰਜ਼ੀ ਆ ਜਾ, ਜਿੱਥੇ ਮਰਜ਼ੀ ਆ ਜਾ, ਤੈਨੂੰ ਦੱਸ ਦਿਆਂ ਵੀ ਜੁੱਤੀਆਂ ਦੀ ਕਮੀ ਤੈਨੂੰ ਹੈ ਕਿ ਸਾਨੂੰ ਹੈ। ਇਹ ਕੋਈ ਗੁੱਸਾ ਬੋਲਦਾ ਜਾਂ ਕਿਸਾਨੀ ਸੰਘਰਸ਼ ਦਾ ਜਿਹੜਾ ਹੈ ਰੋਲ ਜਿਹੜਾ? ਅਸੀਂ ਕਿਸਾਨੀ ਸੰਘਰਸ਼ ਸਾਡਾ ਆਪਣਾ ਸੰਘਰਸ਼ ਹੈ। ਇਹ ਕੋਈ ਇਕੱਲੇ ਕਿਸਾਨ ਦਾ ਸੰਘਰਸ਼ ਨਹੀਂ ਹੈ, ਮਜ਼ਦੂਰ ਦਾ, ਹਰ ਵਪਾਰੀ ਦਾ, ਜੋ ਇੱਥੇ ਰਹਿੰਦਾ ਆ ਉਹਦਾ ਆਪਣਾ ਸੰਘਰਸ਼ ਹੈ। ਕਿਉਂਕਿ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿਸਾਨੀ ਸੰਘਰਸ਼ ਕਹਿੰਦੇ ਪਏ ਆ, ਜਦ ਕਿ ਹਰ ਬੰਦੇ ਦਾ ਸੰਘਰਸ਼ ਹੈ। ਅਗਰ ਇਹ ਕਾਰਪੋਰੇਟ ਜਿਹੜੇ ਹੈਗੇ ਆ ਇਹ ਚੜ੍ਹ ਗਏ ਸਾਡੇ ਦੇਸ਼ 'ਤੇ, ਤਾਂ ਜਿਹੜੀ ਚੀਜ਼ ਅੱਜ ਅਸੀਂ 10 ਰੁਪਏ ਦੀ, 20 ਰੁਪਏ ਦੀ ਬਾਹਰ ਮਾਰਕੀਟ 'ਚ ਖਰੀਦ ਸਕਦੇ ਹਾਂ, ਉਹ 100 ਰੁਪਏ ਦੀ ਹੋ ਜਾਣੀ ਹੈ। ਹੋਰ ਆਮ ਬੰਦੇ ਨੂੰ ਉਹਦਾ ਜਿਹੜਾ ਉਹ ਭੁਗਤਣਾ ਪੈਣਾ। ਜਿਹੜੇ ਦੇਸ਼ ਹਿੱਤ ਦੀ ਗੱਲ ਲੋਕ ਕਰ ਰਹੇ ਨੇ, ਤੁਹਾਨੂੰ ਪਤਾ ਅੱਜ ਉਹਨਾਂ ਨੂੰ MSP ਵੀ ਜਿਹੜਾ ਹੈ ਕਹਿਣਾ ਨਹੀਂ ਆ ਰਿਹਾ। ਕਿਵੇਂ ਦੇਖਦੇ ਹੋ ਦੇਸ਼ ਹਿੱਤ ਦੇ ਲਈ ਇਹ ਲੋਕ ਕਿਵੇਂ ਜ਼ਿੰਮੇਵਾਰ ਹੋ ਸਕਦੇ ਨੇ ਜਾਂ ਜ਼ਿੰਮੇਵਾਰੀ ਨਿਭਾ ਸਕਦੇ ਨੇ ਦੇਸ਼ ਦੇ ਪ੍ਰਤੀ? ਮੈਂ ਤਾਂ ਇਹੀ ਸੋਚਦਾ ਜੀ, ਉਹਨੂੰ ਪ੍ਰਧਾਨ ਬਣਾਇਆ ਹੋਇਆ, ਪ੍ਰਧਾਨ ਉਹ ਆਪੇ ਬਣਾਇਆ ਤਾਂ ਕਿਸੇ ਨੇ ਹੈ ਨਹੀਂ ਮੇਰੇ ਹਿਸਾਬ ਨਾਲ। ਸਿਕਿਉਰਿਟੀ ਲਈ ਹੋਈ ਹੈ ਬਸ, ਸਿਕਿਉਰਿਟੀ ਲੈਣ ਦੇ ਚੱਕਰ 'ਚ ਉਹਨੂੰ ਮਤਲਬ ਆਪਣੇ ਆਪ ਨੂੰ ਸਟੰਟ ਖੇਲਣ ਦੇ ਚੱਕਰ 'ਚ ਉਹ ਬੋਲਣ ਲੱਗ ਗਿਆ ਕੈਮਰੇ ਮੂਹਰੇ। ਉਹਨੂੰ ਪਤਾ ਹੀ ਨਹੀਂ MSP ਕਿਆ ਹੈ ਜਾਂ ਬਿੱਲ ਕਿਆ ਹੈ। ਉਹ ਪੱਤਰਕਾਰ ਨਾਲ ਉਹਦੀ 4 ਵਾਰ ਜਿੰਨੀ ਬੇਇੱਜ਼ਤੀ ਅਸੀਂ ਕੀਤੀ, ਉਹ ਤੋਂ ਬਾਅਦ ਪੱਤਰਕਾਰ ਨੇ ਕੀਤੀ ਉਹਨੂੰ ਪੁੱਛ ਕੇ। ਉਹਦੇ ਕੋਲੋਂ ਇੱਕ ਗੱਲ ਦਾ ਜਵਾਬ ਨਹੀਂ ਦੇ ਸਕਿਆ। ਸਿਰਫ ਉਹ ਇੱਕ ਸਟੰਟ ਖੇਲਿਆ, ਪਰ ਉਹ ਸਟੰਟ ਉਹਨੂੰ ਭਾਰੀ ਪਊਗਾ, ਕਿਉਂਕਿ ਅਸੀਂ ਆਪਣੀ ਜਥੇਬੰਦੀ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ, ਭਾਰਤੀ ਕਿਸਾਨ ਯੂਨੀਅਨ ਵੱਲੋਂ ਕੱਲ੍ਹ ਮੰਗ ਪੱਤਰ SSP ਸਾਹਿਬ ਨੂੰ ਦੇ ਕੇ ਆਏ ਆ। ਆਪਾਂ ਉਹ 'ਤੇ FIR ਦਰਜ ਕਰਵਾਉਣੀ ਹੈ। ਜੋ ਉਹਨਾਂ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਜੋ ਉਹਨਾਂ ਗਲਤ ਬੋਲਿਆ, ਆਪਾਂ ਉਹਨੂੰ ਅੰਦਰ ਕਰਾ ਕੇ ਉਹਦੀ ਸਿਕਿਉਰਿਟੀ ਵਾਪਸ ਕਰਾਵਾਂਗੇ। ਸਟੰਟ ਦੀ ਗੱਲ ਕਰ ਰਹੇ ਹੋ, ਸਟੰਟ ਕਿਹੜੇ ਸਟੰਟ ਦੀ ਗੱਲ ਕਰਦੇ ਹੋ? ਕਿਵੇਂ ਖੇਡਦੇ ਸਟੰਟ? ਕਾਹਦੇ ਵਾਸਤੇ ਖੇਡਦੇ ਜੀ? ਪਬਲਿਸਿਟੀ ਸਟੰਟ ਹੈ ਬਸ ਆਪਣੀ। ਉਹਦੇ ਨਾਲ ਬੰਦਾ ਕੋਈ ਹੈ ਨਹੀਂ, ਸਿਰਫ ਬੋਡੀਗਾਰਡ ਸਰਕਾਰ ਕੋਲ ਰੋ ਕੇ ਕਿ ਮੈਨੂੰ ਜਾਨ ਦਾ ਖਤਰਾ ਹੈ, ਜਾਨ ਦਾ ਖਤਰਾ ਹੈ। 25-30 ਬੰਦੇ ਉਹਨੇ ਪੰਜਾਬ ਪੁਲਿਸ ਦੇ ਕਾਠ ਮਾਰੇ ਹੋਏ, ਉਹਨਾਂ ਦੇ ਵਿੱਚ ਰਹਿ ਕੇ, ਐਡੀ ਸਿਕਿਉਰਿਟੀ ਦੇ ਵਿੱਚ ਰਹਿ ਕੇ, ਕਮਰਿਆਂ ਦੇ ਵਿੱਚ ਬਹਿ ਕੇ ਇਹ ਗੱਲ ਬੋਲਣੀ ਇੱਕ ਸਟੰਟ ਹੀ ਹੈ। ਦੱਸੋ ਜੇ ਉਹ ਖੁੱਲ੍ਹਾ ਹੁੰਦਾ, ਉਹਦੇ ਮਨ 'ਚ ਕੋਈ ਸੱਚ ਹੁੰਦਾ ਜਾਂ ਉਹਨੂੰ ਕੁਝ ਅਕਲ ਹੁੰਦੀ ਬੋਲਣ ਦੀ, ਮੈਂ ਤਾਂ ਤੁਹਾਨੂੰ ਇਹ ਦੱਸਦਾ ਉਸ ਬੰਦੇ ਦਾ ਕਰੈਕਟਰ ਇੰਨਾ ਗਿਰਿਆ ਹੋਇਆ ਵੀ ਅਸੀਂ ਦੱਸ ਵੀ ਨਹੀਂ ਸਕਦੇ ਲੋਕਾਂ 'ਚ ਆ ਕੇ। ਪਰ ਉਹਦੀ ਇਹ ਕਰਤੂਤ ਦੇਖ ਕੇ ਮੈਂ ਜਦੋਂ ਦੀ ਉਹਦੀ ਵੀਡੀਓ ਦੇਖੀ, ਸਾਨੂੰ 1 ਮਿੰਟ ਚੈਨ ਨਹੀਂ ਆਇਆ ਜਦ ਤੱਕ ਮੈਂ ਉਹਨੂੰ ਕੈਮਰੇ ਅੱਗੇ ਹੋ ਕੇ ਉਹਦਾ ਜਵਾਬ ਨਹੀਂ ਦਿੱਤਾ, ਉਦੋਂ ਤੱਕ ਆਪਾਂ ਨੂੰ ਚੈਨ ਨਹੀਂ ਆਈ। ਔਰ ਉਹਨੂੰ ਮੈਂ ਖੁੱਲ੍ਹਾ ਚੈਲੰਜ ਦਿੱਤਾ ਸੀ ਵੀ ਤੂੰ ਇੱਕ ਬਾਪ ਦਾ ਪੁੱਤ ਹੈ, ਆ ਜਾ ਸਾਡੇ ਸਾਹਮਣੇ ਆ ਕੇ ਇੱਕ ਸ਼ਬਦ ਬੋਲ ਕੇ ਦੱਸ, ਸਿਕਿਉਰਿਟੀ ਵਿੱਚ ਬਹਿ ਕੇ ਕਿਆ ਬੋਲਣਾ। ਜਦ ਕਿ ਇਹ ਜਿਹੜਾ ਸੰਘਰਸ਼ ਹੈ ਤੁਹਾਨੂੰ ਵੀ ਪਤਾ, ਸੈਂਟਰ ਦਾ ਸੰਘਰਸ਼, ਸੈਂਟਰ ਨਾਲ ਅਸੀਂ ਲੜ ਰਹੇ, ਪੂਰਾ ਹਿੰਦੁਸਤਾਨ ਲੜ ਰਿਹਾ, ਹੁਣ ਤਾਂ ਪੂਰਾ ਵਰਲਡ ਨਾਲ ਜੁੜ ਗਿਆ ਹੋਇਆ ਸਾਡੇ।
ਔਰ ਸਾਨੂੰ ਉਹ ਲੋਕ ਸਾਨੂੰ ਦੱਸਦਾ ਦਿਹਾੜੀਦਾਰ ਹੈ ਜਾਂ ਇਹਨੂੰ ਚਪੇੜਾਂ ਦੀ ਕਮੀ ਹੈ, ਜੁੱਤੀਆਂ ਦੀ ਕਮੀ ਹੈ। ਜੁੱਤੀਆਂ ਦੀ ਕਮੀ ਤਾਂ ਉਹਨੂੰ ਹੈ ਜੇ ਉਹਨੂੰ ਭੋਰਾ ਵੀ ਉਹਦੇ ਮਨ 'ਚ ਹੈ ਇੱਜ਼ਤ ਆਪਣੇ ਮਾਂ ਭਰਾ ਦੇ ਪ੍ਰਤੀ, ਉਹਦੇ ਪਿਓ ਦੇ ਪ੍ਰਤੀ, ਤਾਂ ਬਾਹਰ ਨਿਕਲ ਕੇ ਆਵੇ, ਫਿਰ ਸਾਨੂੰ ਦੱਸੇ ਵੀ ਅਸੀਂ ਕੌਣ ਹੈ ਤੇ ਉਹ ਕੌਣ ਹੈ, ਉਹਨੂੰ ਦੱਸ ਦਿਆਂਗੇ। ਚੰਦ ਮਿੰਟਾਂ 'ਚ ਇਹ ਫੈਸਲਾ ਹੋ ਜਾਊਗਾ ਵੀ ਉਹ ਚੀਜ਼ ਕਿਆ ਹੈ। ਤੁਹਾਡੇ ਨਾਲ ਦੁਬਾਰੇ ਬਾਅਦ ਵਿੱਚ ਗੱਲ ਕਰਦੇ ਹਾਂ, ਪਹਿਲਾਂ ਗੱਲਬਾਤ ਕਰਾਂਗੇ। ਪ੍ਰਧਾਨ ਜੀ, ਆਪਾਂ ਤੁਹਾਡੇ ਨਾਲ ਗੱਲ ਕਰਾਂਗੇ, ਦੇਸ਼ ਹਿੱਤਾਂ ਦੀ ਗੱਲ ਕਰਦੇ ਹੋ। ਕਿਸਾਨ ਦਿੱਲੀ ਜਾਣ ਲਈ ਜਿਹੜਾ ਇਹ ਖੱਟਰ ਸਰਕਾਰ ਵੱਲੋਂ ਰੋਕਿਆ ਗਿਆ, ਕੀ ਮੰਨਦੇ ਨਹੀਂ ਖੱਟਰ ਸਰਕਾਰ ਦੀ ਗਲਤੀ ਕਿਤੇ ਨਾ ਕਿਤੇ? ਖੱਟੜ ਸਰਕਾਰ ਦੀ ਦੇਖੋ, ਕਿਸਾਨ ਬਹੁਤ ਹੀ ਸ਼ਾਂਤੀਪੂਰਵਕ ਢੰਗ ਦੇ ਨਾਲ ਜਿਹੜਾ ਦਿੱਲੀ ਜਾ ਰਹੇ ਸੀ। ਖੱਟੜ ਸਰਕਾਰ ਨੇ ਬਹੁਤ ਹੀ, ਉਹਨਾਂ ਦਾ ਮੰਦਭਾਗਾ ਕੰਮ ਹੈ ਇਹ, ਬਹੁਤ ਹੀ ਉਹਨਾਂ ਦਾ ਗਲਤ ਕਦਮ ਚੁੱਕਿਆ ਗਿਆ। ਜੋ ਕਿਸਾਨਾਂ ਤੇ ਅਥਰੂ ਗੈਸ ਛੱਡੀ ਗਈ, ਗੋਲੇ ਮਾਰੇ ਗਏ ਤੇ ਉਹਨਾਂ ਦੇ ਸੜਕਾਂ ਪੁੱਟ ਕੇ ਟੋਏ ਕੱਢੇ ਗਏ, ਜਿਹੜੇ ਬੈਰੀਗੇਡ ਰੱਖੇ ਗਏ, ਜਦੋਂ ਕਿ ਕਿਸਾਨ ਕੋਈ ਵੀ ਜਿਹੜਾ ਆਪਣਾ ਮੰਗ ਸੀ, ਕੋਈ ਵਿਰੋਧ ਨਹੀਂ ਸੀ ਕਰ ਰਹੇ, ਕੋਈ ਤੋੜ ਭੰਨ ਨਹੀਂ, ਇੱਕ ਬਹੁਤ ਹੀ ਐਜੀਟੇਸ਼ਨ ਸ਼ਾਂਤੀਪੂਰਵਕ ਆਪਣਾ ਕਰ ਰਹੇ ਸੀ। ਮੈਂ ਉਹਨਾਂ ਦਾ ਸਮਰਥਨ ਕਰਦਾ, ਉਹਨਾਂ ਨੂੰ ਜਾਣ ਦੇਣਾ ਚਾਹੀਦਾ ਸੀ। ਜਿਵੇਂ ਉਹ ਧਰਨਾ ਦੇਖੋ, ਕਿੱਡਾ ਵੱਡਾ ਧਰਨਾ, ਕਿੱਡਾ ਇਹ ਹਾਈ ਲੈਵਲ ਦਾ ਧਰਨਾ ਹੋ ਚੁੱਕਿਆ ਅੱਜ ਦੇ ਟਾਈਮ ਦੇ ਵਿੱਚ। ਇਹ ਬਹੁਤ ਹੀ, ਮੈਂ ਕਹਿੰਦਾ ਮੇਰਾ ਜੋ ਦੇਖਣੇ ਦਾ ਅੱਜ ਤੱਕ ਦਾ, ਇਹ ਬਹੁਤ ਹੀ ਪਹਿਲਾ ਧਰਨਾ ਜਿਹੜਾ ਸ਼ਾਂਤੀਪੂਰਵਕ ਢੰਗ ਨਾਲ ਜਿਹੜਾ ਹੋ ਰਿਹਾ ਹੈ। ਬਾਰ-ਬਾਰ ਗੱਲ ਕੀਤੀ ਗਈ ਤਿਰੰਗੇ ਦੀ, ਕੀ ਲੱਗਦਾ ਹੈ ਕਿਸਾਨਾਂ ਨੇ ਤਿਰੰਗੇ ਵਾਸਤੇ ਕੋਈ ਅਪਸ਼ਬਦ ਕਿਹਾ ਹੋਵੇ ਜਾਂ ਤਿਰੰਗੇ ਦੇ ਲਈ ਕੋਈ ਮਾੜਾ ਜਿਹੜਾ ਬੋਲਿਆ ਹੋਵੇ? ਨਹੀਂ, ਤਿਰੰਗੇ ਦੇ ਲਈ ਤਾਂ ਦੇਖੋ ਮੈਂ ਨਹੀਂ ਕਹੂੰਗਾ ਕੋਈ ਅਪਸ਼ਬਦ ਕਿਸੇ ਨੇ ਬੋਲਿਆ ਕਿ ਤਿਰੰਗੇ ਦੀ ਕਿਸੇ ਨੇ ਬੇਅਦਬੀ ਨਹੀਂ ਕੀਤੀ। ਜੇ ਤਿਰੰਗੇ ਦੀ ਕੋਈ ਬੇਅਦਬੀ ਕਰਦਾ ਅਸੀਂ ਆਪਣੀ ਜਾਨ ਦੀ ਬਾਜੀ ਲਾ ਦਾਂਗੇ, ਪਰ ਤਿਰੰਗੇ ਦੀ ਜਿਹੜੀ ਬੇਅਦਬੀ ਅਸੀਂ ਨਹੀਂ ਹੋਣ ਦੇਵਾਂਗੇ। ਸੰਜੀਵ ਘਨੌਲੀ ਕਿਉਂ ਬਾਰ-ਬਾਰ ਗੱਲ ਕਰ ਰਿਹਾ ਤਿਰੰਗਾ ਨੇ ਇੱਦਾਂ ਕਿ ਤਿਰੰਗਾ ਸਾਡਾ ਆਜ਼ਾਦੀ ਦਾ ਦਿਵਸ ਹੈ, ਆਪਾਂ ਨਹੀਂ ਜਾਣ ਦੇਵਾਂਗੇ, ਆਪਾਂ ਰੈਲੀ ਕਰਾਂਗੇ। ਤਿਰੰਗੇ ਦੀ ਗੱਲ ਹੈ ਕਿ ਲੱਗਦਾ ਨਹੀਂ ਵੀ ਹਿੰਦੂ ਸਿੱਖ ਦੇ ਵਿੱਚ ਪਾੜ ਪਾਣ ਜਾਂ ਦੇਸ਼ ਦੇ ਵਿੱਚ ਪਾੜ ਪਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ, ਮੈਂ ਬਾਰ-ਬਾਰ ਇੱਕ ਗੱਲ ਕਹਿ ਰਿਹਾ, ਉਹਨਾਂ ਦੀ ਪਰਸਨਲ ਸੋਚ ਹੈ ਇਹ, ਜੋ ਸੋਚ ਰਹੇ ਆ, ਮੈਂ ਉਹਦੇ ਨਾਲ ਇਤਫਾਕ ਨਹੀਂ ਕੋਈ ਵੀ ਰੱਖਦਾ। ਤੁਹਾਨੂੰ ਕੀ ਲੱਗਦਾ ਜੀ ਇਹ ਗੱਲ ਦਫਾੜ ਪਾਉਂਦੀ ਹੈ ਕਿ ਨਹੀਂ ਪਾਉਂਦੀ? ਬਿਲਕੁਲ ਦਫਾੜ ਪਾ ਰਹੀ ਹੈ। ਜਦੋਂ ਅਸੀਂ ਗੱਲ ਕਰਾਂਗੇ, ਜਦੋਂ ਅਸੀਂ ਕਿਸੇ ਮਸਲੇ ਨੂੰ, ਜਦੋਂ ਇਹ ਮਸਲਾ ਹੈ ਕਿਸਾਨੀ ਮਸਲਾ, ਇਹਨੂੰ ਹਿੰਦੂ ਸਿੱਖ ਦਾ ਮਸਲਾ ਨਾ ਬਣਾਇਆ ਜਾਵੇ। ਹੁਣ ਕੁਝ ਉੱਥੇ ਹੈਗੇ ਨੇ, ਜਿਵੇਂ ਕੁਝ ਲਾ ਲਓ, ਕੋਈ ਉਹਦਾ ਭਿੰਡਰਾਂਵਾਲੇ ਦਾ ਪ੍ਰਚਾਰ ਕਰ ਰਿਹਾ ਜਾਂ ਖਾਲਿਸਤਾਨ ਦੇ ਨਾਅਰੇ ਲਾ ਰਹੇ ਨੇ, ਮੈਂ ਉਹਨਾਂ ਦਾ ਵਿਰੋਧ ਕਰਦਾ, ਡਟ ਕੇ ਵਿਰੋਧ ਕਰਦਾ। ਅਸੀਂ ਇੱਥੇ ਗੱਲ ਕਰਦੇ ਹਾਂ ਹਿੰਦੂ ਸਿੱਖ ਦੀ। ਖਾਲਿਸਤਾਨ ਜਿਹੜੇ ਲੋਕ ਮੰਗ ਰਹੇ ਨੇ ਉੱਥੇ ਕੱਢ ਕੇ, ਇਹ ਮੁੱਦਾ ਸਰਾਸਰ ਗਲਤ ਹੈ, ਇਹ ਨਹੀਂ ਮੰਗਣਾ ਚਾਹੀਦਾ। ਖਾਲਿਸਤਾਨ ਦੇ ਮੁੱਦੇ ਦੇ ਨਾਲ ਜਿਹੜਾ ਹੈਗਾ ਹਿੰਦੂ ਸਿੱਖ ਨੂੰ ਤੋੜਨੇ ਦੀ ਗੱਲ ਕੀਤੀ ਜਾ ਰਹੀ ਹੈ। ਆਪਾਂ ਖਾਲਿਸਤਾਨ ਦੀ ਗੱਲ ਨਹੀਂ ਕਰਾਂਗੇ ਕਿਉਂਕਿ ਖਾਲਿਸਤਾਨ ਦੀ ਇਹ ਮੁੱਦਾ ਹੀ ਨਹੀਂ ਹੈ, ਮੁੱਦਾ ਕਿਸਾਨੀ ਦਾ ਹੈ। ਕਿਸਾਨੀ ਦੇ ਵਿੱਚ ਖਾਲਿਸਤਾਨ ਬਾੜਨ ਦੇ ਕੋਈ ਮਤਲਬ ਨਹੀਂ ਹੈਗਾ। ਤੁਸੀਂ ਕਿਵੇਂ ਦੇਖਦੇ ਹੋ ਇੱਕ ਜ਼ਿੰਮੇਵਾਰ ਵਿਅਕਤੀ ਵੱਲੋਂ ਜਿਹੜੇ ਵਾਰ-ਵਾਰ ਇਹ ਗੱਲਾਂ ਕਹੀ ਜਾਣੇ, ਜੁੱਤੀਆਂ ਖਾਓਗੇ, ਐਂ ਕਰਾਂਗੇ, ਇਹ ਕਿਵੇਂ ਦੇਖੋ, ਖਾਲਿਸਤਾਨ ਦੀ ਗੱਲ ਤਾਂ ਉੱਥੇ ਨਾਅਰੇ ਲਾਏ ਗਏ ਖਾਲਿਸਤਾਨ ਜਿੰਦਾਬਾਦ ਦੇ, ਠੀਕ ਹੈ ਜੀ। ਜੋ ਕਿਸਾਨੀ ਆਗੂ ਨੇ ਸਾਡੇ ਬਾਪ ਸਮਾਨ ਨੇ ਸੀ, ਉਹਦੇ ਬੱਚਿਆਂ ਵਰਗੇ ਨੇ, ਠੀਕ ਹੈ ਜੀ। ਤੇ ਉਹ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ ਬਹੁਤ ਹੀ। ਉਹਨਾਂ ਨੇ ਆਪਣਾ ਸਟੇਜ ਤੋਂ ਦਾ ਭਾਸ਼ਣ ਵੀ ਹੁੰਦਾ ਹੈ ਕਿ ਵੀ ਸ਼ਾਂਤੀਪੂਰਵਕ ਕਰੋ, ਰਾਤ ਨੂੰ ਹੁੱਲੜਬਾਜੀ ਨਾ ਕਰੋ। ਅਸੀਂ ਵੀ ਕਹਿੰਦੇ ਹਾਂ ਕਿ ਉੱਥੇ ਇਹੋ ਜਿਹਾ ਕੋਈ ਕੰਮ ਨਾ ਕਰੋ ਜਿਨ੍ਹਾਂ ਨਾਲ ਪੂਰੇ ਪੰਜਾਬ ਦਾ ਨਾਮ ਬਦਨਾਮ ਹੋਵੇ। 80 ਸਾਲ ਦੀਆਂ ਮਾਤਾ ਵੀ ਉੱਥੇ ਨੇ। ਕੰਗਣਾ ਵੱਲੋਂ ਇੱਕ ਮੈਸੇਜ ਟਵੀਟ ਕੀਤਾ ਗਿਆ ਸੀ ਕਿ ਦਿਹਾੜੀਦਾਰ ਸੋਚ ਨੂੰ ਲੈ ਕੇ ਦਿਲ ਨੂੰ ਉਦੋਂ ਦਿਲ ਨਹੀਂ ਬਲੁੰਦਰਿਆ ਗਿਆ ਜੀ? ਦਿਲ ਬਲੁੰਦਰਿਆ ਗਿਆ। ਮੈਂ ਉਦੋਂ ਵੀ ਮੈਂ ਫੇਸਬੁੱਕ ਤੇ ਪਾਇਆ ਸੀ ਆਪਣਾ ਜਿਹੜਾ ਕਰਕੇ, ਜਿਹੜੀ ਕੰਗਣਾ ਰਣਾਵਤ ਹੈਗੀ ਆ, ਉਹ ਕੀ ਹੈ ਹੁਣ, ਪਹਿਲਾਂ ਉਹ ਸ਼ਿਵ ਸੈਨਾ ਦੇ ਬੰਬੇ ਮਗਰ ਪਈ ਰਹੀ, ਉਦੋਂ ਬਾਅਦ ਹੁਣ ਆ ਗਈ ਉਹ ਇਹੋ ਜਿਹੇ ਗਲਤ ਬਿਆਨਬਾਜ਼ੀ ਕਰਦੀ। ਉਹਦਾ ਮਕਸਦ ਹੀ ਕੀ ਹੈ ਕਿ ਹੁਣ ਫਿਲਮੀ ਕੈਰੀਅਰ ਤਾਂ ਠੱਪ ਹੋ ਚੱਲਿਆ। ਉਹ ਚਾਹੁੰਦੀ ਹੈ ਕਿਤੇ ਨਾ ਕਿਤੇ ਕੋਈ ਟਿਕਟ ਲੈ ਕੇ, ਕੋਈ MLA ਕਿਤੇ MP ਦੀ, ਮੈਂ BJP ਦੀ ਟਿਕਟ ਲਵਾਂ, ਇਲੈਕਸ਼ਨ ਲੜਾਂ। ਹੋਰ ਦਾ ਮਕਸਦ ਕੋਈ ਨਹੀਂ ਹੈ ਮੇਰੇ ਹਿਸਾਬ ਨਾਲ। ਤਾਂ ਜੇ ਲੰਗਰਾਂ ਦੀ ਗੱਲ ਕਰੀਏ ਆਪਾਂ, ਲੰਗਰ ਛਕਾਉਣਾ ਕਿਸੇ ਨੂੰ ਗੁਨਾਹ ਹੈ? ਲੰਗਰ ਤਾਂ ਦੇਖੋ, ਜਿੱਥੇ ਪੰਜਾਬੀ ਚਲਿਆ ਗਿਆ, 4 ਪੰਜਾਬੀ ਇਕੱਠੇ ਹੋ ਕੇ ਬਹਿ ਜਾਏ, ਇੱਕ ਪੰਜਾਬੀ ਉੱਥੇ, ਜੇ 4 ਪੰਜਾਬੀ ਬੈਠੇ ਇੱਕ ਇਕੱਠੇ ਰੋਟੀ ਖਾਣ ਲੱਗ ਜਾਂਦਾ, ਵੈਸੇ ਹੀ ਲੰਗਰ ਲੱਗ ਜਾਂਦਾ ਹੁੰਦਾ। ਜੇ ਕੋਈ ਆਦਮੀ ਪੰਜਾਬੀ ਕਦੇ ਕਿਸੇ ਨੂੰ ਮਨਾ ਨਹੀਂ ਕਰਦਾ ਹੁੰਦਾ ਇੱਕ ਰੋਟੀ ਤੋਂ। ਪੰਜਾਬ ਖੁਦ ਇੱਕ, ਪੰਜਾਬ ਦਾ ਜਿਹੜਾ ਹੈਗਾ, ਪੰਜਾਬ ਨੂੰ ਅੰਨਦਾਤਾ ਕਿਹਾ ਜਾਂਦਾ। ਪੰਜਾਬੀ ਜਿੱਥੇ ਬੈਠ ਕੇ ਸਮਝ ਲਓ ਲੰਗਰ ਹੀ ਲੱਗ ਗਿਆ ਉੱਥੇ। ਜਿਹੜਾ ਫੰਡਿੰਗ ਦੀ ਗੱਲ ਕਰਦੇ, ਮੈਂ ਇਹਨੂੰ ਵੀ ਨਹੀਂ ਮੰਨਦਾ, ਕਿਉਂਕਿ ਸਾਡੇ ਪੰਜਾਬ ਤੋਂ ਕਿੰਨਾ ਤੁਸੀਂ ਦੇਖ ਲਓ, ਟਰੈਕਟਰ ਟਰਾਲੀਆਂ ਭਰ ਕੇ ਜਾ ਰਹੇ ਨੇ, ਰਾਸ਼ਨ ਦੇ ਹਰ ਇੱਕ ਚੀਜ਼ ਦੇ ਜਾ ਰਹੇ ਨੇ, ਇੱਥੋਂ ਕਿੰਨਾ ਸਮਾਨ ਜਾ ਰਿਹਾ। ਲੋਕ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਦੇ ਨੇ ਕਿ ਇੰਨਾ ਸਮਾਨ ਜਾਣਾ, ਇਕੱਠੇ ਹੋ ਕੇ ਦਿਓ। ਪਿੰਡਾਂ ਜੋ ਜਾ ਰਹੇ ਆ ਤਾਂ ਕੋਈ ਇੱਦਾਂ ਦੀ ਗੱਲ ਨਹੀਂ। ਕਰੋਨਾ ਦੀ ਗੱਲ ਵੀ ਕੀਤੀ ਗਈ ਤੁਹਾਡੇ ਪ੍ਰਧਾਨ ਵੱਲੋਂ, ਕਿਵੇਂ ਦੇ? ਕਰੋਨਾ ਦੇਖੋ, ਕਰੋਨਾ ਤਾਂ ਜਦੋਂ ਇਲੈਕਸ਼ਨ ਹੋਇਆ ਬਿਹਾਰ ਦੇ ਵਿੱਚ, ਉੱਥੇ ਰੈਲੀਆਂ ਹੋਈਆਂ, ਉੱਥੇ ਕਿੰਨਾ ਕੁਝ ਹੋਇਆ, ਕਿੰਨਾ ਇਕੱਠ ਸੀ। ਉਦੋਂ ਕਰੋਨਾ ਕਿੱਥੇ ਗਿਆ ਸੀ? ਉਦੋਂ ਕਰੋਨਾ ਨਹੀਂ ਸੀ ਦਿਖਦਾ ਇਹਨਾਂ ਨੂੰ। ਹੁਣ ਕਿਸਾਨਾਂ ਵੇਲੇ ਕਰੋਨਾ ਯਾਦ ਆ ਗਿਆ ਬਸ। ਕੀ ਲੱਗਦਾ ਜੀ, ਸਟੰਟ ਹੈ? ਬਿਲਕੁਲ, ਹੋਰ ਕੀ ਕਹਿ ਸਕਦੇ ਹਾਂ। ਕੋਈ ਸੁਨੇਹਾ ਸਾਡਾ ਬਸ ਇੱਕੋ ਹੀ ਹੈ ਕਿ ਜਿਹੜਾ ਦੇਸ਼ ਹਿੱਤ ਲਈ ਹੈਗਾ, ਕਿਸਾਨਾਂ ਦਾ ਜਿਹੜਾ ਹੈਗਾ ਸਮਰਥਨ ਕਰੋ। ਕਿਸਾਨ ਬਾਹਰ ਦੇ ਨਹੀਂ ਸਾਡੇ ਆਪਣੇ ਹੈ। ਕੋਈ ਭੜਕਾਊ ਇਹੋ ਜਿਹਾ ਬਿਆਨ ਨਾ ਦਿਓ, ਕੋਈ ਗਲਤ ਇਹੋ ਜਿਹਾ ਕਦਮ ਨਾ ਚੁੱਕੋ, ਨਾ ਹੀ ਇਸ ਮੁੱਦੇ ਨੂੰ, ਕਿਸਾਨੀ ਮੁੱਦੇ ਨੂੰ ਹਿੰਦੂ ਸਿੱਖ ਦਾ ਮੁੱਦਾ ਬਣਾਓ। ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ, ਹਿੰਦੂ, ਮੁਸਲਿਮ, ਸਿੱਖ, ਈਸਾਈ, ਜਿੰਨੇ ਵੀ ਧਰਮ ਨੇ ਸਾਰੇ ਹੀ ਪਹੁੰਚੇ ਹੋਏ ਨੇ, ਕਿਉਂਕਿ ਉਹ ਧਰਮ ਨੂੰ ਲੈ ਕੇ ਨਹੀਂ, ਆਪਣੇ ਕਿਸੇ ਹੋਰ ਗੱਲ ਨੂੰ ਨਹੀਂ, ਕਿ ਕਿਸਾਨ ਬਣ ਕੇ ਪੁੱਜੇ ਹੋਏ ਨੇ। ਦੇਸ਼ ਹਿੱਤ ਦੀ ਗੱਲ ਕਰਦੇ ਹੋ ਬਾਰ-ਬਾਰ। ਖੱਟੜ ਸਰਕਾਰ ਵੱਲੋਂ ਸੜਕ ਪੱਟ ਦਿੱਤੀ ਗਈ,
ਪਰਚਾ ਕਰਾਓਗੇ ਕਹੋਗੇ ਘਨੌਲੀ ਨੂੰ ਜੇ ਪਰਚਾ ਕਰਾਓ ਉਹਨਾਂ ਤੇ? ਦੇਖੋ ਇਹ ਤਾਂ ਹੁਣ ਘਨੌਲੀ ਜੀ ਨੂੰ ਆਪਣਾ ਚਾਹੀਦਾ ਨਾ, ਸੰਜੀਵ ਜੀ ਨੂੰ, ਕਿ ਉਹਨਾਂ ਨੂੰ ਉਹ ਜਾਣ ਉੱਥੇ। ਪਹਿਲਾਂ ਸਭ ਤੋਂ ਜੋ ਸ਼ੁਰੂਆਤ ਜਿੱਥੋਂ ਹੋਈ ਹੈ, ਜਦੋਂ ਬੰਦੇ ਕਿਸਾਨ ਆਪਣੇ ਨਾਲ ਸ਼ਾਂਤੀਪੂਰਵਕ ਢੰਗ ਨਾਲ ਜਾ ਰਹੇ ਸੀ, ਅਸੀਂ ਸ਼ਿਵ ਸੈਨਾ ਕਿਹਾ, ਅਸੀਂ ਵੀ ਧਰਨੇ ਲਾਉਂਦੇ ਹਾਂ, ਅਸੀਂ ਵੀ ਐਜੀਟੇਸ਼ਨ ਕਰਦੇ ਹਾਂ। ਜਦੋਂ ਸਾਨੂੰ ਲੱਗਦਾ ਮਾੜਾ ਅਸੀਂ ਉਹਦੇ ਖਿਲਾਫ ਚੱਲਦੇ ਹਾਂ। ਜਦੋਂ ਸਾਨੂੰ ਵੀ ਤਾਂ ਦਿਖਦਾ ਖੱਟੜ ਸਰਕਾਰ ਨੇ ਬਜ਼ੁਰਗ ਬੰਦੇ 80-80 ਸਾਲ ਦੇ ਕਿਵੇਂ ਲਾਠੀ ਚਾਰਜ ਹੋਇਆ, ਉਹਦੇ ਕਿੰਨੇ ਅਥਰੂ ਗੈਸ ਛੱਡੀ ਗਈ ਹੈ, ਕਿੰਨੇ ਪਾਣੀ ਦੇ ਫੁਹਾਰੇ ਮਾਰੇ ਗਏ, ਕਿੰਨਾ ਬਹੁਤ ਧੱਕਾ ਹੋਇਆ। ਮੈਂ ਤਾਂ ਇਸ ਗੱਲ ਨੂੰ ਬਹੁਤ ਮਾੜੀ ਸਮਝਦਾ ਆਪਣੇ ਸਾਥ। ਆਪਾਂ ਫਿਰ ਤੁਹਾਨੂੰ ਇੱਕ ਵਾਰ ਫਿਰ ਪੁੱਛਾਂਗੇ, ਮੰਨਦੇ ਹੋ ਧਰਨੇ ਵਿੱਚ ਸਿਰਫ ਕਿਸਾਨ ਨੇ? ਬਿਲਕੁਲ ਧਰਨੇ ਦੇ ਵਿੱਚ ਕਿਸਾਨ ਹੈ, ਪਰ ਜੋ ਕੁਝ ਲੋਕ, ਚੰਦ ਲੋਕ ਇਸ ਧਰਨੇ ਨੂੰ ਖਰਾਬ ਕਰਨਾ ਚਾਹੁੰਦੇ ਨੇ, ਜੋ ਆਪਣੀ ਪੋਕੀ ਪਬਲਿਸਿਟੀ ਹੈ ਉਹ ਵੀ ਹਾਸਲ ਕਰਨਾ ਚਾਹੁੰਦੇ ਨੇ, ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾ ਰਹੇ ਨੇ, ਉਹ ਸਰਾਸਰ ਗਲਤ ਹੈ। ਕਿਸਾਨਾਂ ਦੇ ਅਸੀਂ ਨਾਲ ਆ, ਜੋ ਸਿਰਫ ਕਿਸਾਨੀ ਮੁੱਦਿਆਂ ਨੂੰ ਗੱਲ ਕਰ ਰਹੇ ਨੇ, ਜੋ ਉਸ ਮੁੱਦੇ ਨੂੰ ਭੜਕਾਉਣਾ ਚਾਹ ਰਹੇ ਨੇ, ਜਿਵੇਂ ਕੁਝ 2-4 ਨੌਜਵਾਨ ਹੈਗੇ ਨੇ, ਮੈਂ ਉਹਦੇ ਨਾਂ ਨਹੀਂ ਜਾਣਦਾ, ਉਹ ਬਹੁਤ ਘਟੀਆ ਕੰਮ ਕਰ ਰਹੇ ਨੇ। ਇਹੋ ਜਿਹੇ ਨੂੰ ਸਟੇਜ 'ਤੇ ਨਹੀਂ ਚੜ੍ਹਨ ਦੇਣਾ ਚਾਹੀਦਾ, ਇਹੋ ਜਿਹੇ ਨੂੰ ਮੈਕ ਨਹੀਂ ਦੇਣਾ ਚਾਹੀਦਾ, ਕਿਉਂਕਿ ਕੁਝ ਲੋਕਾਂ ਦੀ ਚਾਲ ਵੀ ਹੋ ਸਕਦੀ ਹੈ ਇਸ ਧਰਨੇ ਨੂੰ ਖਰਾਬ ਕਰਨੇ ਦੀ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੈ ਇਹ ਗੱਲਾਂ 'ਤੇ। ਆਪਾਂ ਇੱਕ ਗੱਲ ਤੁਹਾਡੇ ਨਾਲ ਕਰੀਏ, ਸੰਘਰਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਪੰਜਾਬ ਤੋਂ ਉੱਠ ਕੇ 2 ਮਹੀਨੇ ਪਹਿਲਾਂ ਧਰਨੇ ਲੱਗੇ ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਜੀ, ਤੇ 2 ਮਹੀਨੇ ਦੇ ਲਗਭਗ ਪਹੁੰਚ ਗਏ ਉੱਥੇ। ਕੀ ਕਿਸਾਨਾਂ ਨੂੰ ਹੱਕ ਨਹੀਂ ਹੈ ਸ਼ਾਂਤੀਪੂਰਵਕ ਟਰੈਕਟਰ ਮਾਰਚ ਕਰਨ ਦਾ? ਦੇਖੋ ਇਹ ਸਾਡਾ ਦੇਸ਼ ਹੈ, ਲੋਕਤੰਤਰ ਹੈ, ਕੋਈ ਇਦਾਂ ਦੀ ਗੱਲ ਨਹੀਂ। ਹੱਕ ਸਾਰਿਆਂ ਨੂੰ ਇੱਥੇ ਹੈਗੇ ਨੇ, ਪਰ ਜੋ ਸਹੀ ਹੈ ਹੱਕ ਉਹ ਹੋਣਾ ਚਾਹੀਦਾ। ਜਿਸ ਚੀਜ਼ ਦੇ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ, ਸਾਨੂੰ ਉਹ ਕੰਮ ਨਹੀਂ ਕਰਨਾ। ਨਹੀਂ, ਸ਼ਾਂਤੀਪੂਰਵਕ ਕਰ ਦੇਣਾ ਚਾਹੀਦਾ ਕਿ ਨਹੀਂ ਕਰ ਦੇਣਾ ਚਾਹੀਦਾ? ਮੈਂ ਤੁਹਾਨੂੰ ਇਹ ਪੁੱਛਦਾ। ਦੇਖੋ ਮੈਂ ਤਾਂ ਇਹੀ ਕਹੂੰਗਾ, ਜਿਹੜੀਆਂ ਆਪਣੀਆਂ ਮੰਗਾਂ ਹੈ ਸ਼ਾਂਤੀਪੂਰਵਕ ਮੰਨੀਆਂ ਜਾਣ। ਬਸ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਨਾ ਹੋਵੇ, ਕੋਈ ਝੜਪਬਾਜ਼ੀ ਨਾ ਹੋਵੇ, ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਬਸ ਉਸ ਤਰੀਕੇ ਨੂੰ, ਉਸ ਚੀਜ਼ ਨੂੰ ਦੇਖਦੇ ਹੋਏ ਆਪਾਂ ਨੂੰ ਸੰਘਰਸ਼ ਜਿਹੜਾ ਹੈ, ਜੋ ਵੀ ਅਗਲੀ ਕਾਰਵਾਈ ਉੱਦਾਂ ਕਰਨੀ ਚਾਹੀਦੀ। ਬਸ ਪਤਾ ਲੱਗਿਆ ਜੀ ਤੁਹਾਡੇ ਫਾਦਰ ਸਾਹਿਬ ਵੀ ਕਹਿੰਦੇ ਧਰਨੇ 'ਤੇ ਗਏ ਹੋਏ ਜੀ? ਹਾਂਜੀ, ਸਾਡੇ ਫਾਦਰ ਸਾਹਿਬ ਨੇ ਜਿੱਥੇ ਵੀ ਕੋਈ ਧਰਨਾ ਲਾਵੇਂ, ਜਿਵੇਂ ਮੈਂ ਨੱਕੀਆਂ ਟੋਲ ਟੈਕਸ ਹੋ ਗਿਆ, ਭਾਵੇਂ ਕੋਈ ਵੀ ਕਿਤੇ ਨੇੜੇ ਤੇੜੇ ਹੈਗੇ ਆ, ਸਾਡੇ ਡੈਡੀ ਹੈ, ਫਾਦਰ ਸਾਹਿਬ ਇੱਕ ਕਿਸਾਨ ਨੇ, ਮੈਂ ਖੁਦ ਕਿਸਾਨ ਦਾ ਪੁੱਤ ਹਾਂ। ਅਸੀਂ ਵੀ ਖੇਤੀ ਕਰਦੇ ਹਾਂ, ਹੁਣ ਕਣਕ ਲਾਈ ਹੋਈ ਹੈ, ਸਾਰਾ ਜੋ ਵੀ ਹੈ ਝੋਨਾ ਮੱਕੀ ਜੋ ਵੀ ਚੱਲਦਾ, ਪਰ ਉਹ ਜਿੱਥੇ ਵੀ ਹੁੰਦਾ ਡੈਡੀ ਸਾਡੇ ਜਾਂਦੇ ਨੇ। ਕੀ ਚੀਜ਼ ਨੂੰ ਪਹਿਲ ਦਿਓਗੇ ਜੀ? ਪਾਰਟੀ ਨੂੰ, ਧਰਮ ਨੂੰ, ਜਾਤ ਨੂੰ ਜਾਂ ਕਿਸਾਨੀ ਨੂੰ? ਨਹੀਂ, ਇਸ ਮੁੱਦੇ ਤੇ ਸਿਰਫ ਔਰ ਸਿਰਫ ਮੈਂ ਕਿਸਾਨੀ ਨੂੰ ਪਹਿਲ ਦੇਵਾਂਗਾ। ਬਿਲਕੁਲ ਜੀ, ਕਿਸਾਨੀ ਨੂੰ ਪਹਿਲ ਦਿਓਗੇ। ਇਹ ਸਨ ਸ਼ਿਵ ਸੈਨਾ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਲਾਡੀ। ਗੱਲਬਾਤ ਕਰਾਂਗੇ। ਬਾਈ ਜੀ, ਤੁਸੀਂ ਵੀ ਧਰਨੇ ਤੇ ਜਾ ਕੇ ਆਏ ਦਿੱਲੀ, ਕਿੰਨੀ ਵਾਰ ਜਾ ਕੇ ਆਏ ਜੀ ਪਹਿਲਾਂ ਤਾਂ ਇਹ ਦੱਸੋ? ਮੈਂ ਦਿੱਲੀ 4-5 ਵਾਰ ਜਾਇਆ ਜੀ, ਜਿੰਨਾ ਸਮਾਂ ਹੁੰਦਾ ਉੱਥੇ ਦੇਈਦਾ। ਨਹੀਂ ਜਿਹੜਾ ਅਸੀਂ ਇੱਥੇ ਟੋਲ ਟੈਕਸ 'ਤੇ ਧਰਨਾ ਲਾਇਆ ਹੋਇਆ, ਇੱਥੇ ਵੀ ਹਾਜ਼ਰੀ ਜ਼ਰੂਰੀ ਹੈ। ਦਿਹਾੜੀਦਾਰ ਕਹਿ ਦਿੱਤਾ ਜਾਂਦਾ ਜਾਂ ਖਾਲਿਸਤਾਨੀ ਕਹਿ ਦਿੱਤਾ ਜਾਂਦਾ, ਵੱਖਵਾਦੀ, ਅੱਤਵਾਦੀ ਕਹਿ ਦਿੱਤਾ ਜਾਂਦਾ। 2-2 ਸਾਲ ਦੇ ਬੱਚੇ ਵੀ ਜਿਹੜੇ ਮੌਜੂਦ ਨੇ ਧਰਨੇ ਵਿੱਚ, ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ। ਕੀ ਕਹੋਗੇ? ਜੇ ਆਪਣੇ ਹੱਕ ਮੰਗਣਾ ਸਰਕਾਰਾਂ ਕੋਲੋਂ, ਪਹਿਲਾਂ ਤਾਂ ਗੱਲ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ, ਸਰਕਾਰਾਂ ਨੂੰ ਸਾਡੇ ਹੱਕ ਦੇਣੇ ਚਾਹੀਦੇ। ਜੇ ਆਪਣੇ ਹੱਕ ਮੰਗਣਾ, ਆਪਣੀ ਜ਼ਮੀਰ ਦੀ ਲੜਾਈ, ਆਪਣੀ ਜ਼ਮੀਨ ਦੀ ਲੜਾਈ ਲੜਨਾ, ਅੱਤਵਾਦੀ ਹੈ ਜਾਂ ਕੋਈ ਖਾਲਿਸਤਾਨੀ ਹੈ, ਤਾਂ ਅਸੀਂ ਵੀ ਖਾਲਿਸਤਾਨੀ ਹਾਂ, 2-2 ਸਾਲ ਦੇ ਬੱਚੇ ਵੀ ਖਾਲਿਸਤਾਨੀ ਹੈ। ਜੇ ਅਸੀਂ ਹੱਕ ਮੰਗਣ ਨਾਲ ਹੀ ਅੱਤਵਾਦੀ ਬਣ ਗਏ, ਫਿਰ ਤਾਂ ਬੜੀ ਮਾੜੀ ਗੱਲ ਹੈ ਸਰਕਾਰਾਂ ਵਾਸਤੇ। ਅਸੀਂ ਕਿਸਾਨ ਹਾਂ, ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ, ਔਰ ਸਾਡਾ ਹੱਕ ਬਣਦਾ। ਹੱਕ ਅਸੀਂ ਪਿਆਰ ਨਾਲ ਮੰਗਦੇ ਪਏ ਹਾਂ, ਸਾਨੂੰ ਪਿਆਰ ਨਾਲ ਦੇ ਦਿਓ। ਇਹ ਸਰਕਾਰਾਂ ਹੀ ਮਜਬੂਰ ਕਰਦੀਆਂ ਲੋਕਾਂ ਨੂੰ ਕੁਛ ਪੁੱਠੇ ਸਿੱਧੇ ਕੰਮ ਕਰਨ ਲਈ। ਜਦੋਂ ਇੰਨੀ ਦੇਰ ਹੋ ਗਈ ਬੈਠੇ ਹੋਏ ਹਾਂ ਠੰਡ 'ਤੇ, ਮਤਲਬ ਸਾਡੀ 100 ਦੇ ਕਰੀਬ, ਤੁਹਾਨੂੰ ਹੁਣ ਅੰਕੜਾ ਨਹੀਂ ਪਤਾ, 100 ਦੇ ਕਰੀਬ ਸ਼ਹਾਦਤਾਂ ਹੋ ਚੁੱਕੀਆਂ ਉਸ ਜਗ੍ਹਾ 'ਤੇ। ਇੱਕ ਜਿਹੜਾ ਸਾਡਾ ਉੱਥੇ ਜੰਗ ਹੀ ਲੱਗੀ ਹੋਈ ਹੈ ਸੈਂਟਰ ਸਰਕਾਰ ਦੇ ਨਾਲ, ਸਾਡੀ 100 ਤੋਂ ਵੱਧ ਸ਼ਹਾਦਤ ਹੋ ਚੁੱਕੀ ਉੱਥੇ। ਔਰ ਜਿਹੜਾ ਇਹ ਬੈਠਾ ਸੰਜੀਵ ਘਨੌਲੀ, ਇਹ ਕਹਿੰਦਾ ਜੀ ਖਾਲਿਸਤਾਨੀ ਹੈ, ਕਿਸੇ ਨੂੰ ਕਹਿੰਦਾ ਜੁੱਤੀਆਂ ਦੀ ਕਸਰ ਹੈ, ਕਿਸੇ ਨੂੰ ਕਹਿੰਦਾ ਛਿੱਤਰਾਂ ਦੀ ਕਸਰ ਹੈ। ਮੈਨੂੰ ਸਿਰਫ ਇੱਕ ਗੱਲ ਸਮਝ ਨਹੀਂ ਆਈ ਵੀ ਇਸ ਬੰਦੇ ਨੂੰ MSP ਨਹੀਂ ਪਤਾ, ਤਿੰਨਾਂ ਬਿੱਲਾਂ ਬਾਰੇ ਨਹੀਂ ਪਤਾ, ਇਹਨੂੰ ਬਕਵਾਸ ਕਰਨ ਦੀ ਜ਼ਰੂਰਤ ਕਿਆ ਸੀ? ਕਿਉਂ ਵਿੱਚ ਫਸਿਆ? ਸਿਰਫ ਇੱਕ ਪਬਲਿਸਿਟੀ ਲਈ। ਲੱਗਦਾ ਨਹੀਂ ਕਿਤੇ ਨਾ ਕਿਤੇ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਨੌਜਵਾਨਾਂ ਨੂੰ? ਇਹ ਧਿਆਨ ਹੀ ਇਹਦੇ ਮੈਂ ਤੁਹਾਨੂੰ ਦੱਸ ਦਵਾਂ, ਵੈਸੇ ਇੰਨੇ ਜੋਗਾ ਬੰਦਾ ਨਹੀਂ ਹੈ ਇਹਦੇ 'ਤੇ ਡਿਬੇਟ ਕੀਤੀ ਜਾਵੇ। 2 ਕੋੜੀ ਦਾ ਬੰਦਾ ਆ। ਜਿੱਥੇ ਨਜਾਇਜ਼ ਕੰਮ ਹੁੰਦੇ, ਨਜਾਇਜ਼ ਦਾ ਮਤਲਬ ਮੈਂ ਤੁਹਾਨੂੰ ਦੱਸ ਦਿੰਦਾ, ਜਿੱਥੇ ਮਾੜੇ ਚੰਗੇ ਕੰਮ ਹੋਟਲਾਂ 'ਚ ਹੁੰਦੇ ਆ, ਮੈਂ ਸ਼ਬਦ ਨਹੀਂ ਬੋਲ ਸਕਦਾ ਜੀ, ਕੈਮਰੇ ਮੂਹਰੇ ਬੈਠੇ ਮੈਨੂੰ ਆਪਣੀ ਸ਼ਬਦਾਂ ਦੀ ਮਰਿਆਦਾ ਰੱਖਣੀ ਪੈਂਦੀ। ਉਹਨਾਂ ਹੋਟਲਾਂ 'ਤੇ ਜਾ ਕੇ ਡਰਾ ਕੇ ਧਮਕਾ ਕੇ 2000-4000 ਰੁਪਈਏ ਇਕੱਠੇ ਕਰਦਾ। ਕਿਸੇ ਤੋਂ ਕੋਈ ਬੱਸ ਟਪਾਣੀ, ਕਿਸੇ ਤੋਂ ਆ ਗੱਡੀਆਂ ਟਪਾਣੀਆਂ ਡੰਗਰਾਣੀਆਂ, ਉਹਨਾਂ ਕੋਲੋਂ ਪੈਸੇ ਲੈਂਦਾ। ਔਰ ਕੰਮ ਕਿਆ ਇਹਦਾ? ਗੋਲੀਆਂ ਕੈਪਸੂਲ ਵੇਚਦਾ ਰਿਹਾ। ਇਹਦੀ ਔਕਾਤ ਕਿਆ ਹੈ? ਅਸੀਂ ਤਾਂ ਇੱਕ ਕਿਸਾਨੀ ਸੰਘਰਸ਼ ਬਾਰੇ ਬੋਲਿਆ ਤਾਂ ਇਹਦੇ ਜੁੱਤੀਆਂ ਮਾਰਦੇ ਹਾਂ, ਨਹੀਂ ਇਹਦੇ ਬਾਰੇ ਬੋਲਣ ਜੋਗਾ ਇਹ ਹੈ ਨਹੀਂ ਵੀ ਇਹਦੀ ਗੱਲ ਅਸੀਂ ਕਰੀਏ, ਕਿਸਾਨ ਕਰੀਏ, ਜਿਹੜੇ 4-4 5-5 ਮਹੀਨੇ ਤੋਂ ਆਪਣੇ ਘਰਾਂ ਤੋਂ ਬਾਹਰ ਬੈਠੇ ਹੋਏ ਠੰਡ ਦੇ ਵਿੱਚ, ਔਰ ਲੰਗਰ ਬਣਾਉਂਦੇ, ਲੰਗਰ ਖਾਂਦੇ, ਲੋਕਾਂ ਦੀ ਵੀ ਸੇਵਾ ਕਰਦੇ ਪਏ ਹਾਂ। ਤੁਸੀਂ ਸ਼ਬਦਾਂ ਦੀ ਮਰਿਆਦਾ ਦੀ ਗੱਲ ਕੀਤੀ। ਕਲਾਕਾਰ ਜਿਹੜੇ ਪਹੁੰਚੇ ਹੋਏ ਨੇ ਸੰਘਰਸ਼ ਦੇ ਵਿੱਚ, ਉਹਨਾਂ ਨੂੰ 2 ਕੋੜੀ ਦੇ ਕਲਾਕਾਰ ਦੱਸਿਆ ਗਿਆ, ਤੇ ਨਾਲ ਹੀ ਸਾਲੇ ਸ਼ਬਦ ਦਾ ਕਈ ਵਾਰ ਜਿਹੜਾ ਹੈ ਵਰਤੋਂ ਵੀ ਕੀਤੀ ਗਈ। ਕਿਵੇਂ ਦੇਖਦੇ ਹੋ ਚੀਜ਼ ਨੂੰ? ਅੱਜ ਪੰਜਾਬ ਦੀ, ਮੈਂ ਤੁਹਾਨੂੰ ਦੱਸਿਆ, ਪੰਜਾਬ ਹਰਿਆਣੇ ਦੀ ਕੋਈ ਚੰਗੀ ਰੂਹ ਘਰ ਨਹੀਂ ਬੈਠੀ, ਚਾਹੇ ਉਹ
ਕਿਸਾਨ ਹੋਵੇ, ਚਾਹੇ ਮਜ਼ਦੂਰ ਹੋਵੇ, ਚਾਹੇ ਆਮ ਬੰਦਾ ਦੁਕਾਨਦਾਰ ਹੋਵੇ। ਮੈਂ ਪੱਤਰਕਾਰ ਹਾਂ, ਮੈਂ ਪੱਤਰਕਾਰ ਹੁੰਦੇ ਹੋਏ ਜਿਸ ਦਿਨ ਪਹਿਲੀ ਦਿਨ ਇਹ ਸੰਘਰਸ਼ ਆਇਆ ਸੀ, ਤਿੰਨੋਂ ਬਿੱਲ ਪੜ੍ਹੇ, ਅਸੀਂ ਸਮਝ ਗਏ ਵੀ ਇਹ ਗਲਤ ਆ, ਅਸੀਂ ਆਪਣੇ ਲੋਕਾਂ ਨਾਲ ਖੜੇ। ਉਸ ਦਿਨ ਤੋਂ ਅੱਜ ਦਿਨ ਤੱਕ ਅਸੀਂ ਕਦੀ ਪੈਰ ਪਿੱਛੇ ਨਹੀਂ ਚੱਕਿਆ ਔਰ ਇਹਨਾਂ ਨਾਲ ਖੜੇ ਆ। ਔਰ ਇਸੇ ਤਰ੍ਹਾਂ ਪੰਜਾਬ ਦੇ ਗਾਇਕਾਂ ਦੀ ਤੁਸੀਂ ਗੱਲ ਕੀਤੀ, ਗਾਇਕਾਂ ਨੇ ਇੱਕ ਬਹੁਤ ਵਧੀਆ ਰੋਲ ਅਦਾ ਕੀਤਾ। ਜਿਹੜਾ ਉਹਨਾਂ ਨੂੰ ਲੱਚਰ ਗਾਇਕੀ ਦੇ ਨਾਮ ਤੇ ਬਦਨਾਮ ਕਰਦੇ ਸੀ, ਅੱਜ ਉਹਨਾਂ ਨੇ ਕਲੰਕ ਧੋਤਾ ਔਰ ਸਾਡੇ ਨਾਲ ਖੜ ਕੇ, ਕਿਸਾਨਾਂ ਨਾਲ ਖੜ ਕੇ, ਪੂਰੇ ਹਿੰਦੁਸਤਾਨ ਦੇ ਨਾਲ ਖੜ ਕੇ, ਆਮ ਲੋਕਾਂ ਨਾਲ ਖੜ ਕੇ ਆਪਣਾ ਕਲੰਕ ਧੋਤਾ। ਔਰ ਇੱਕ ਬਹੁਤ ਹੀ ਵਧੀਆ ਚੰਗੀ ਮਿਸਾਲ ਉਹਨਾਂ ਨੇ ਪੇਸ਼ ਕੀਤੀ ਔਰ ਉਹਨਾਂ ਦਾ ਧੰਨਵਾਦ ਹੈ। ਜਿਹੜੇ ਇੱਦਾਂ ਦੇ ਕੁੱਤੇ 4-5 ਭੌਂਕਦੇ ਆ, ਉਹਨਾਂ ਨੂੰ ਮਾੜਾ ਸਮਾਂ ਆ ਲੈਣ ਦਿਓ। ਅਸੀਂ ਇਹਨਾਂ ਨੂੰ ਖੁੱਲ੍ਹਾ ਚੈਲੰਜ ਕਰਦੇ ਹਾਂ, ਸਮਾਂ ਆ ਲੈਣ ਦਿਓ। ਅੱਜ ਅਸੀਂ ਉੱਥੇ ਸਰਹੱਦ ਦਿੱਲੀ ਤੇ ਬੈਠੇ ਹਾਂ, ਸਮਾਂ ਆ ਲੈਣ ਦਿਓ, ਤੁਹਾਨੂੰ ਅਕਲ ਦੇਵਾਂਗੇ, ਤੁਹਾਨੂੰ ਇੱਥੇ ਦੱਸਾਂਗੇ ਵੀ ਤੁਹਾਡੀ ਔਕਾਤ ਕੀ ਹੈ। ਤੁਸੀਂ ਸਿਕਿਉਰਟੀਆਂ 'ਚ ਬਹਿ ਕੇ ਅਜੇ ਪੁੱਠੇ ਸਿੱਧੇ ਬਿਆਨ ਦਿੰਦੇ ਹੋ। 26 ਤਰੀਕ ਨੂੰ ਕਿਵੇਂ ਦੇਖਦੇ ਹੋ, ਜਾ ਰਹੇ ਹੋ? 26 ਬਿਲਕੁਲ ਜਾ ਰਹੇ ਜੀ। 24 ਤਰੀਕ ਨੂੰ ਸਾਡਾ ਪਹਿਲਾਂ 23 ਨੂੰ ਇੱਥੇ ਟਰੈਕਟਰ ਮਾਰਚ ਹੈ ਸਾਡੇ ਆਪਣਾ ਅਨੰਦਪੁਰ ਸਾਹਿਬ ਡਿਸਟ੍ਰਿਕਟ ਰੋਪੜ ਦੇ ਵਿੱਚ। ਆਪਾਂ 24 ਤਰੀਕ ਨੂੰ ਇੱਥੋਂ 100 ਜਾਂ 150 ਟਰਾਲੀ ਦੇ ਕਰੀਬ ਆਪਾਂ ਲੈ ਕੇ ਜਾਣੀ ਹੈ ਅਤੇ ਆਪਾਂ ਸਾਡਾ ਹੱਕ ਬਣਦਾ। ਤੁਸੀਂ ਮੈਨੂੰ ਦੱਸੋ, ਤੁਸੀਂ ਇਹਨਾਂ ਨੂੰ ਪੁੱਛਦੇ ਸੀ ਕਿ ਆ ਸਾਨੂੰ ਹੱਕ ਨਹੀਂ? ਪਹਿਲਾਂ ਸਾਨੂੰ ਆਪਣੀ ਰਾਜਧਾਨੀ 'ਚ ਜਾਣ ਲਈ ਧੂੰਆਂ ਸਾਡਾ ਪਹਿਲਾਂ ਪੁੱਜ ਜਾਂਦਾ ਰਾਜਧਾਨੀ 'ਚ। ਅਸੀਂ ਪੁੱਜਣ ਨੂੰ ਸਾਨੂੰ ਦੁਨੀਆ ਭਰ ਦੀਆਂ ਮੁਸੀਬਤਾਂ ਤੋਂ ਲੰਘਣਾ ਪਿਆ। ਉਹ ਤਾਰਾਂ ਉੱਥੇ ਲਾਈਆਂ ਜਿਹੜੀਆਂ ਡੰਗਰਾਂ ਨੂੰ ਬੰਦ ਕਰਨ ਲਈ ਨਹੀਂ ਲਾਉਂਦੇ, ਉਹ ਤਾਰਾਂ ਉੱਥੇ ਲਾਈਆਂ, ਆਂਸੂ ਗੈਸ ਛੱਡੇ, ਪਤਾ ਨਹੀਂ ਕੀ ਕੀਤਾ, ਸਭ ਨੂੰ ਪਤਾ ਹੈ। ਪਰ ਮੈਂ ਸੋਚਦਾ ਵੀ ਇਹਨਾਂ ਨੇ ਸਾਡਾ ਹੌਸਲਾ ਦੇਖਣਾ ਸੀ, ਦੇਖ ਲਿਆ। ਪਰ ਹੁਣ ਵੀ ਇਹਨਾਂ ਨੂੰ ਸ਼ਰਮ ਚਾਹੀਦੀ, ਆਪਣੀ ਆਕੜ ਛੱਡ ਕੇ ਮੋਦੀ ਸਾਹਿਬ ਤਿੰਨੋਂ ਬਿੱਲ ਵਾਪਸ ਲੈਣ ਔਰ ਜਨਤਾ ਮੂਹਰੇ ਹੱਥ ਜੋੜ ਕੇ ਮਾਫੀ ਮੰਗ ਲੈਣ। ਜਿਹੜੇ 100 ਤੋਂ ਵੱਧ ਬੰਦੇ ਸਾਡੇ ਸ਼ਹੀਦ ਹੋ ਗਏ, ਉਹਨਾਂ ਨੂੰ ਸ਼ਹਾਦਤ ਦਾ ਦਰਜਾ ਸ਼ਹੀਦ ਦਾ ਦਿੱਤਾ ਜਾਵੇ। ਔਰ ਸਾਨੂੰ ਆਪਾਂ ਜਿਹੜੇ ਸਾਡੀ ਮੰਗਾਂ ਹੈ ਜਾਇਜ਼, ਉਹਨਾਂ ਨੂੰ ਮੰਨ ਕੇ ਆਪਾਂ ਆਪਣੇ ਘਰ ਆ ਕੇ ਬੈਠੀਏ। ਧੂੰਏ ਦੀ ਗੱਲ ਤੁਸੀਂ ਕੀਤੀ, ਲੱਗਦਾ ਹੈ ਹਮੇਸ਼ਾ ਪੰਜਾਬ ਨਾਲ ਧੱਕਾ ਹੀ ਹੋ ਰਿਹਾ ਜੀ। ਬਿਲਕੁਲ ਪੰਜਾਬ ਨਾਲ ਕੀਤਾ ਗਿਆ ਜੀ। ਮੋਦੀ ਸਰਕਾਰ ਨੇ ਅੱਜ ਤੱਕ ਤਾਂ ਕੋਈ ਚੰਗਾ ਕੀਤਾ ਹੀ ਨਹੀਂ। 1 ਰੁਪਇਆ ਦੱਸ ਦਿਓ ਕਿਹਦੀ ਦਿੱਤਾ ਹੋਇਆ ਮੋਦੀ ਸਾਹਿਬ ਨੇ। 2-2 ਹਜ਼ਾਰ ਆ ਸੰਜੀਵ ਘਨੌਲੀ ਭੌਂਕਣ ਲੱਗਾ, 2-2 ਹਜ਼ਾਰ ਵਾਪਸ ਦੇ ਦਿਓ। ਵੀ ਤੇਰੇ ਪਿਓ ਦੇ ਪੈਸੇ ਆ, ਉਹ ਸਾਡੇ ਲੋਕਾਂ ਦਾ ਟੈਕਸ, ਅਸੀਂ ਲੋਕ ਟੈਕਸ ਦਿੰਦੇ ਹਾਂ। ਜੇ ਉਹਨੇ ਚੰਦ ਕਿਸਾਨਾਂ ਨੂੰ ਪੈਸੇ ਦੇ ਦਿੱਤੇ ਤਾਂ ਦੇ ਦਿੱਤੇ, ਕਿਸਾਨਾਂ ਦੇ ਕੰਮ ਦੇ ਆਏ। ਉਹ ਕੌਣ ਹੁੰਦਾ 2-2 ਹਜ਼ਾਰ ਰੁਪਈਆ ਮੋੜਨੇ ਵਾਲਾ? ਵੀ ਤੇਰੇ ਪਿਓ ਦੇ, ਤੂੰ ਤਾਂ ਆਪ ਸਰਕਾਰ ਦੇ ਉੱਤੇ ਬੋਝ ਆਏ ਬੰਦਾ। 40-45 ਬੰਦੇ ਇਹਦੇ ਨਾਲ ਪੁਲਿਸ ਵਾਲੇ ਰੱਖੇ ਹੋਏ ਆ, ਉਹਦੀ ਤਨਖਾਹ ਕਿੱਥੋਂ ਆਉਂਦੀ ਹੈ? ਇਹਨਾਂ ਤੋਂ 1 ਮਹੀਨਾ ਤਨਖਾਹ ਮੰਗ ਲਓ ਜੇ ਨਾ ਇਹ ਆਪ ਸਿਕਿਉਰਟੀਆਂ ਵਾਪਸ ਦੇ ਦੇਣ। ਉਹ ਜਿੱਦਣ ਮੈਂ ਤੁਹਾਨੂੰ ਗੱਲ ਦੱਸਦਾ ਵਾਂ, ਜਿਸ ਦਿਨ ਇਹਦੀ ਸਿਕਿਉਰਟੀ ਵਾਪਸ ਹੋ ਗਈ ਔਰ ਉਹ ਤੋਂ ਅਗਲੇ ਦਿਨ ਇਹਦੇ ਮੂਹਰੇ 10 ਮਾਈਕ ਰੱਖ ਲਿਓ। ਜੇ ਬੰਦੇ ਮੂਹਰੇ ਇੱਕ ਸ਼ਬਦ ਬੋਲ ਜੇ ਕਿਸੇ ਮੂਹਰੇ, ਇਹ ਸਿਰਫ ਸਿਕਿਉਰਟੀਆਂ 'ਚ ਰਹਿ ਕੇ ਅੰਦਰ ਬੰਦ ਗਲਤ ਮਲਤ ਬੋਲਣਾ ਜਾਣਦਾ। ਕੋਈ ਮੰਗ ਮੇਰੀ ਸਰਕਾਰ ਤੋਂ, ਪਹਿਲਾਂ ਪੰਜਾਬ ਸਰਕਾਰ ਤੋਂ ਹੈ, ਕਿਉਂਕਿ ਆਪਾਂ ਹੁਣ ਜਿਹੜੀ ਆਪਣੀ ਯੂਨੀਅਨ ਵੱਲੋਂ ਵੀ ਇਹ ਕਰਨੀ, ਇਹਦੀ ਸਿਕਿਉਰਟੀ ਸਭ ਤੋਂ ਪਹਿਲਾਂ ਵਿਡਰੋਲ ਕਰਾਉਣੀ। ਇਹੋ ਜਿਹੇ ਕੁਝ ਬੰਦੇ ਜਿਹੜੇ ਬੈਠਾ ਹੋਇਆ ਸਿਕਿਉਰਟੀ ਲੈ ਕੇ, ਇਹਦੀ ਸਿਕਿਉਰਟੀ ਵਿਡਰੋਲ ਕਰਾਵਾਂਗੇ। ਫਿਰ ਇਹਨੂੰ ਪੁੱਛਾਂਗੇ ਵੀ ਕਿਸਾਨ ਕੌਣ ਹੈ, ਦਿਹਾੜੀਦਾਰ ਕੌਣ ਹੈ, ਤੇ ਤੂੰ ਇਹ ਦੱਸ ਵੀ ਜੋ ਤੂੰ ਸ਼ਬਦ ਉਦੋਂ ਬੋਲੇ ਸੀ ਜੁੱਤੀਆਂ ਦੀ ਕਮੀ ਤੈਨੂੰ ਹੈ ਕਿ ਮੈਨੂੰ ਹੈ? ਇੱਕ ਸ਼ਬਦ ਨਹੀਂ ਇਹ ਬੋਲ ਸਕਦਾ ਸਿਕਿਉਰਟੀ ਤੋਂ ਬਿਨਾਂ। ਔਰ ਮੰਗ ਪੰਜਾਬ ਸਰਕਾਰ ਤੋਂ ਕਰਦਾ ਕਿ ਇਸ ਬੰਦੇ ਨੇ ਕੋਈ ਚੰਗਾ ਕੰਮ ਜ਼ਿੰਦਗੀ 'ਚ ਕੀਤਾ ਨਹੀਂ ਹੈ ਔਰ ਇਹਨੂੰ ਇੰਨੀ ਸਿਕਿਉਰਟੀ ਦੇਣ ਦਾ, ਸਾਡੇ ਟੈਕਸ ਦੇ ਪੈਸਿਆਂ ਨਾਲ ਸਿਕਿਉਰਟੀ ਜਿਹੜੀ ਹੈਗੀ ਆ, ਪੁਲਿਸ ਦੇ ਪੈਸੇ ਜਾਂਦੇ ਪਏ ਆ, ਤਨਖਾਹਾਂ ਉਹਨਾਂ ਨੂੰ ਜਾਂਦੀਆਂ ਪਈਆਂ। ਉਹ ਸਿਕਿਉਰਟੀ ਤੁਰੰਤ ਵਾਪਸ ਕਰਕੇ ਅਤੇ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਅੰਦਰ ਸੁੱਟੋ ਔਰ ਇਹਨੂੰ ਅਕਲ ਆਵੇ ਵੀ ਇਹ ਬੋਲਿਆ ਕਿ ਆਏ। ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਜਿਹੜਾ ਹੈ ਯੋਗਦਾਨ ਪਾ ਰਹੇ ਨੇ। ਇਹ RSS ਦਾ ਦੱਲਾ ਹੈ, 4 ਪੈਸੇ ਇਹਨੂੰ ਆ ਗਏ ਹੋਣੇ। ਉਹਨਾਂ ਨੇ ਕਿਹਾ ਹੋਣਾ ਤੂੰ ਪੰਜਾਬ 'ਚ ਜਾ ਕੇ ਪਾਗਾ, ਇੱਥੇ ਹੀ ਦਾ ਰਹਿੰਦਾ, ਕਿਦੀ ਅੰਦਰ ਵੜ ਕੇ ਕੁੱਟ ਪੁੱਠਾ ਸਿੱਧਾ ਬੋਲਦੇ, 4 ਪੈਸੇ ਇਹਦੇ ਖਾਤੇ 'ਚ ਗਿਰ ਗਏ ਹੋਣੇ। ਇਹਨਾਂ ਬੋਲ ਕੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕਿ ਇੱਥੇ ਜਿਹੜਾ ਪੰਜਾਬ 'ਚ ਹੈ ਕੁਛ ਇੱਦਾਂ ਦਾ ਮਾਹੌਲ ਪੈਦਾ ਹੋ ਜੇ, ਕੋਈ ਲੜਾਈ ਝਗੜੇ ਕੋ ਕੁਛ। ਕਿਉਂਕਿ ਸਾਡਾ ਜਿਹੜਾ ਸੰਘਰਸ਼ ਹੈ ਬਹੁਤ ਸ਼ਾਂਤੀਪੂਰਨ ਔਰ ਪੂਰੇ ਵਰਲਡ 'ਚ ਮੰਨਿਆ ਗਿਆ ਸੰਘਰਸ਼ ਹੈ। 1 ਨੰਬਰ ਦਾ ਵੀ ਇੱਦਾਂ ਦਾ ਕੋਈ ਸੰਘਰਸ਼ ਨਹੀਂ ਹੋਇਆ। ਇੰਨੀ ਵੱਡੀ ਤਾਦਾਦ 'ਚ ਲੋਕ ਟਰੈਕਟਰਾਂ ਟਰਾਲੀਆਂ ਨਾਲ ਜਾ ਕੇ ਦਿੱਲੀ ਦੀ ਸਰਹੱਦਾਂ 'ਤੇ ਬੈਠੇ ਹੋਏ ਸ਼ਾਂਤੀਪੂਰਨ। ਇਹਨੂੰ ਖਰਾਬ ਕਰਨ ਲਈ ਇਹ ਚੰਦ ਇੱਦਾਂ ਦੇ ਕੁੱਤੇ ਆ, ਪਰ ਇਹਨਾਂ ਨੂੰ ਲੋਕ ਨਹੀਂ ਸੁਣਦੇ, ਕੋਈ ਇਹਨਾਂ ਨੂੰ ਮੰਨਦਾ ਨਹੀਂ। ਤੁਸੀਂ ਟੈਨਸ਼ਨ ਨਾ ਲਓ, ਇਹ ਦੁਆਨੀ ਦਾ ਬੰਦਾ ਨਹੀਂ ਹੈ, ਪਰ ਇਹਨਾਂ ਗਲਤ ਬੋਲਿਆ, ਇਸ ਕਰਕੇ ਮੈਨੂੰ ਆ ਕੇ ਮਾਈਕ ਮੋਹਰੇ, ਕੈਮਰੇ ਮੋਹਰੇ ਆ ਕੇ ਇਹਨੂੰ ਗਾਲਾਂ ਕੱਢਣੀਆਂ ਪਈਆਂ ਔਰ ਇਹਨੂੰ ਇਹਦੀ ਔਕਾਤ ਦੱਸਣੀ ਪਈ ਵੀ ਤੇਰੀ ਔਕਾਤ ਕਿਆ? ਤੂੰ 2 ਕੋੜੀ ਦਾ ਬੰਦਾ, ਢਾਬਿਆਂ ਤੋਂ ਜਾ ਕੇ ਤੂੰ 2-2 ਹਜ਼ਾਰ ਰੁਪਈਏ ਇਕੱਠੇ ਕਰਦਾ, ਗੋਲੀਆਂ ਕੈਪਸੂਲ ਤੂੰ ਵੇਚਦਾ, ਡੰਗਰਾਂ ਵਾਲਿਆਂ ਤੋਂ ਤੂੰ ਪੈਸੇ ਲੈਂਦਾ, ਤੂੰ ਹੈ ਕਿਆ ਚੀਜ਼ ਕਿਆ ਹੈ ਤੂੰ? ਇਹ ਕਿਸਾਨ ਜਿਹੜਾ ਹੈ ਜੀ, ਕਿਸਾਨ ਅੰਨਦਾਤਾ ਜਨਮਦਾਤੇ ਵਰਗਾ ਹੀ ਹੁੰਦਾ। ਜੋ ਜਨਮਦਾਤਾ ਹੈ ਸੋ ਅੰਨਦਾਤਾ ਹੈ। ਅੰਨਦਾਤੇ ਬਾਰੇ ਤੂੰ ਆਹ ਸ਼ਬਦ ਬੋਲ ਗਿਆ, ਪੰਜਾਬ ਵਾਲਿਆਂ ਨੂੰ ਕਹਿੰਦਾ ਜੁੱਤੀਆਂ ਦੀ ਕਮੀ ਹੈ। ਔਰ ਇਸ ਬੰਦੇ ਨਾਲ ਹੁਣ ਘਰੋਂ ਬਾਹਰ ਨਹੀਂ ਨਿਕਲਣਾ, ਬਿਨਾਂ ਸਿਕਿਉਰਟੀ ਤੋਂ ਨਿਕਲ ਕੇ ਤਾਂ ਦਿਖਾਵੇ। ਇਹਦੇ ਨਾਲ ਸਿਕਿਉਰਟੀ ਬਾਹਰ ਕਈ ਵਾਰ ਟਾਈਮ ਪਹਿਲੇ ਇਹਨੇ ਪੁੱਠੇ ਸਿੱਧੇ ਬਿਆਨ ਦਿੱਤੇ, ਸਿਕਿਉਰਟੀ ਨਾਲ ਲੈ ਕੇ ਇਹਨੂੰ ਕਿਹਾ ਵੀ ਤੂੰ ਆ ਜਾ। ਲੋਕਾਂ ਨੇ ਇਹਨੂੰ ਟਾਈਮ ਪਾਇਆ ਤੇ ਉੱਥੇ ਵੀ ਨਹੀਂ ਪੁੱਛ ਸਕਦਾ ਇਹ। ਅਸੀਂ ਤਾਂ ਫੇਰ ਕਿਹਾ ਵੀ ਸਿਕਿਉਰਟੀ ਤੋਂ ਬਿਨਾਂ ਆ ਜਾ, ਇਹਨੇ ਕਦੀ ਨਹੀਂ ਆਉਣਾ। ਪੰਜਾਬ ਸਰਕਾਰ ਤੋਂ ਮੰਗ ਹੈ ਇਹਦੀ ਸਿਕਿਉਰਟੀ ਜਲਦੀ ਤੋਂ ਜਲਦੀ ਵਾਪਸ ਲੈ ਕੇ ਇਸ ਬੰਦੇ ਨੂੰ ਇਕੱਲਾ ਛੱਡਿਆ ਜਾਵੇ ਤਾਂ ਜੋ ਇਹਨੂੰ ਅਕਲ ਆਵੇ। ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਕੋਈ ਕੁੱਟਮਾਰ ਕਰੇ, ਕੋਈ ਇਹਨੂੰ ਮਾਰੇ, ਐਸਾ ਕੋਈ ਸਾਡਾ ਉਹ ਨਹੀਂ ਹੈ। ਪਰ ਜਦੋਂ ਇਹਦੀ ਸਿਕਿਉਰਟੀ ਚੱਲ ਜੂਗੀ ਉਹ ਤੋਂ ਬਾਅਦ ਇਹ ਸਿੱਧੀਆਂ ਗੱਲਾਂ ਕਰਨ ਲੱਗ ਜੂਗਾ। ਇਹ ਮੈਂ ਤੁਹਾਨੂੰ ਵਾਅਦਾ ਕਰਦਾ ਇਸ ਚੀਜ਼ ਦਾ। ਬਿਲਕੁਲ ਜੀ, ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਸੰਜੀਵ ਘਨੌਲੀ ਵੱਲੋਂ ਦਿੱਤੇ ਗਏ ਬਿਆਨ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੇ ਜੀ? ਦੇਖੋ, ਇਹ ਤਾਂ ਸਰਾਸਰ ਤੁਹਾਨੂੰ ਦਿਖਦਾ ਹੀ ਹੈ ਕਿ ਇਸ ਮਾਹੌਲ ਦੇ ਨਾਲ ਜਦੋਂ ਆਪਾਂ ਹਿੰਦੂ ਸਿੱਖ ਦੀ ਗੱਲ ਕਰਾਂਗੇ, ਉਹ ਮਾਹੌਲ ਹਮੇਸ਼ਾ ਖਰਾਬ ਹੀ ਕਰਦਾ। ਪਰ
ਜਦੋਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਦੇਖੋ GST ਲੱਗਿਆ ਪੰਜਾਬ ਦੇ ਵਿੱਚ, ਕੋਈ ਫਾਇਦਾ ਨਹੀਂ ਹੋਇਆ। ਨੋਟਬੰਦੀ ਹੋਈ, ਕੋਈ ਫਾਇਦਾ ਨਹੀਂ ਹੋਇਆ। ਹੁਣ ਅਸੀਂ ਇਹ ਵੀ ਕਿਵੇਂ ਮੋਦੀ ਜੀ ਦੀ ਗੱਲ ਮੰਨ ਲਾਂਗੇ ਕਿ ਹਾਂ ਇਹ ਜਿਹੜਾ ਆਪਣਾ 3 ਕਾਨੂੰਨ ਲੈ ਕੇ ਆ ਰਹੇ ਨੇ ਇਹਦੇ ਨਾਲ ਕਿਸਾਨੀ ਨੂੰ ਫਾਇਦਾ ਹੋਊਗਾ? ਬਿਲਕੁਲ ਤੁਸੀਂ ਹੱਕ ਦੇ ਵਿੱਚ ਹੋ ਬਿੱਲਾਂ ਦੇ ਜਾਂ ਨਹੀਂ ਜੀ? ਮੈਂ ਬਿੱਲਾਂ ਦਾ ਵਿਰੋਧ ਕਰਦਾ, ਮੈਂ ਕਿਸਾਨਾਂ ਦੇ ਹੱਕ 'ਚ ਬੋਲਦਾ ਔਰ ਬੋਲਦਾ ਰਹਾਂਗਾ ਜੀ। ਕੀ ਕਹੋਗੇ ਜੀ, ਬਿੱਲ ਵਾਪਸ ਹੋਣੇ ਚਾਹੀਦੇ? ਬਿਲਕੁਲ ਬਿੱਲ ਵਾਪਸ ਹੋਣੇ ਚਾਹੀਦੇ ਆ ਜੀ, ਤੇ ਜਲਦ ਤੋਂ ਜਲਦ ਵਾਪਸ ਹੋਣੇ ਚਾਹੀਦੇ। ਜੋ ਸਾਡੇ ਕਿਸਾਨ ਵੀਰ ਬਾਰਡਰਾਂ ਤੇ ਡਟੇ ਬੈਠੇ ਨੇ ਉਹਨਾਂ ਨੂੰ ਆਪਣੇ ਘਰ ਵਾਪਸ ਭੇਜਣਾ ਚਾਹੀਦਾ, ਤੇ ਜਲਦੀ ਬਿੱਲ ਵਾਪਸ ਹੋਣ, ਆਪਣੇ ਉਹ ਘਰਾਂ ਦੇ ਵਿੱਚ ਆਉਣ ਤੇ ਆਪਣੇ ਆ ਕੇ ਘਰ ਪਰਿਵਾਰ ਆਪਣਾ ਖੇਤੀ ਸਾਰਾ ਆਪਣਾ ਦੇਖਣ ਜੀ। ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਹੋ, ਕੋਈ ਸੰਜੀਵ ਘਨੌਲੀ ਨੂੰ ਸੁਨੇਹਾ? ਦੇਖੋ ਮੈਂ ਇੱਕ ਤੁਹਾਡੀ ਗੱਲ ਨਾਲ ਇਤਫਾਕ ਨਹੀਂ ਰੱਖਦਾ, ਕਿਉਂਕਿ ਸੇਠੀ ਜੀ ਨੇ ਇੱਕ ਗੱਲ ਕਹੀ ਹੈ ਕਿ ਸ਼ਿਵ ਸੈਨਾ ਨਹੀਂ ਬਾਂਦਰ ਸੈਨਾ ਹੈ। ਇਹ ਬਹੁਤ ਮਾੜੀ ਗੱਲ ਹੈ। ਮੈਂ ਮੰਨਦਾ ਕੁਝ ਮੱਝਾਂ ਹੁੰਦੀਆਂ ਨੇ ਜਿਵੇਂ ਛੱਪੜ ਦੇ ਵਿੱਚ ਨਾ, ਉਹ ਜਦੋਂ ਲਿਬੜ ਜਾਂਦੀਆਂ ਨਾ ਗਾਰੇ ਦੇ ਨਾਲ, ਉਹ ਪੂੰਛ ਮਾਰ ਕੇ ਸਾਰਿਆਂ ਨੂੰ ਲਪੇਟ ਦਿੰਦੀਆਂ। ਸੋ ਮੈਂ ਕਿ ਇਹ ਬਾਰ-ਬਾਰ ਗੱਲ ਕਰੂੰਗਾ ਤੁਹਾਨੂੰ ਕਿ ਹਰ ਇੱਕ ਨੂੰ ਨਾ ਇੱਕੋ ਰੱਸੇ ਨਾਲ ਨਾ ਬੰਨੋ। ਜੇ ਕਿਸੇ ਨੇ ਬਿਆਨ ਕੀਤਾ ਬਾਏ ਨੇਮ ਕਹੋ, ਤੁਸੀਂ ਸ਼ਿਵ ਸੈਨਾ ਨੂੰ ਬਦਨਾਮ ਨਾ ਕਰੋ, ਬੰਦੇ ਦਾ ਨਾਂ ਲਓ ਉਹਦਾ, ਠੀਕ ਹੈ ਜੀ, ਉਹਨੂੰ ਨਾਂ ਨਾਲ ਟਾਰਗੇਟ ਕਰੋ, ਨਾ ਕਿ ਬਾਂਦਰ ਸੈਨਾ ਕਹਿ ਕੇ ਕਰੋ। ਤੁਸੀਂ ਵਿਰੋਧ ਕਰਦੇ ਹੋ ਜੀ? ਮੈਂ ਉਹਦੇ ਬਿਆਨ ਦਾ ਵਿਰੋਧ ਕਰਦਾ ਜੀ, ਜੋ ਕਿਸਾਨਾਂ ਦੇ ਵਿਰੋਧ 'ਚ ਮੈਂ ਉਹਦਾ ਵੀ ਵਿਰੋਧ ਕਰਦਾ ਜੀ, ਠੀਕ ਹੈ ਜੀ। ਤੇ ਬਾਕੀ ਮੈਂ ਇਸ ਬਿਆਨ ਦੇ ਨਾਲ ਵੀ ਉਹਦੇ ਨਾਲ ਸਹਿਮਤ ਨਹੀਂ ਹੈ ਕਿਸੇ ਗੱਲ ਨੂੰ ਵੀ। ਬਸ ਮੈਂ ਇੱਕੋ ਬੇਨਤੀ ਕਰੂੰਗਾ ਕਿ ਸ਼ਿਵ ਸੈਨਾ ਨੂੰ ਬਦਨਾਮ ਨਾ ਤੁਸੀਂ ਕਰੋ। ਬਹੁਤ ਮੈਂ ਵੀ ਕਹੂੰਗਾ ਸ਼ਿਵ ਸੈਨਾ ਵੀ ਬਹੁਤ ਬਣ ਚੁੱਕੇ ਨੇ ਪੰਜਾਬ ਦੇ ਵਿੱਚ, ਹਰ ਇੱਕ ਬੰਦਾ ਪ੍ਰਧਾਨ ਹੀ ਬਣਿਆ ਫਿਰਦਾ ਇੱਥੇ। ਤੇ ਪਰ ਮੇਰਾ ਇੱਕੋ ਕਹਿਣੇ ਦਾ ਮਕਸਦ ਹੈ ਕਿ ਹਰ ਬੰਦੇ ਨੂੰ ਇੱਕੋ ਰੱਸੇ ਨਾਲ ਨਾ ਬੰਨੋ। ਤੁਹਾਡਾ ਗੁੱਸਾ ਕੋਈ ਜਾਤੀ ਗੁੱਸਾ ਤਾਂ ਨਹੀਂ, ਕਿਸਾਨੀਆਂ ਕਰਕੇ ਗੁੱਸਾ ਤੁਹਾਡਾ ਜੀ? ਨਹੀਂ, ਮੇਰਾ ਕੋਈ ਉਹਨਾਂ ਨਾਲ ਕੋਈ ਹੈ ਨਹੀਂ, ਮੇਰੀ ਬੋਲਚਾਲ ਵੀ ਹੈਗੀ ਉਹਨਾਂ ਨਾਲ। ਪਰ ਜੋ ਹੁਣ ਦੇਖੋ ਜੋ ਉਹਨਾਂ ਨੇ ਬਿਆਨ ਦਿੱਤਾ, ਉਹ ਉਹਨਾਂ ਦੀ ਇੱਕ ਆਪਣੀ ਸੋਚ ਹੈ, ਪਰਸਨਲ ਸੋਚ ਹੈ, ਠੀਕ ਹੈ ਜੀ। ਮੇਰਾ ਉਹਨਾਂ ਨਾਲ ਕੋਈ ਗੁੱਸਾ ਨਹੀਂ, ਮੇਰਾ ਉਹਦੇ ਨਾਲ ਉਹਨਾਂ ਨਾਲ। ਤੁਹਾਨੂੰ ਗਲਤ ਲੱਗਾ, ਤੁਸੀਂ ਗਲਤ ਨੂੰ ਗਲਤ ਕਹਿ ਰਹੇ? ਬਿਲਕੁਲ ਮੈਂ ਗਲਤ ਨੂੰ ਗਲਤ ਕਹਿ ਰਿਹਾ ਜੀ। ਬਿਲਕੁਲ ਜੀ, ਇਹ ਸਨ ਗੁਰਪ੍ਰੀਤ ਸਿੰਘ ਲਾਡੀ ਤੇ ਛੇਠੀ ਸ਼ਰਮਾ ਜੀ, ਪੱਤਰਕਾਰ ਸਾਡੇ ਨਾਲ ਮੌਜੂਦ ਸੀ। ਆਪਾਂ ਗੱਲਬਾਤ ਕੀਤੀ। ਕੱਲ ਇੱਕ ਬਿਆਨ ਦਿੱਤਾ ਗਿਆ ਸੀ ਸੰਜੀਵ ਘਨੌਲੀ ਵੱਲੋਂ, ਜਿਸ ਦਾ ਜਿਹੜਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਸਕਦਾ ਸੀ। ਆਪਾਂ ਵੀ ਆਪਣੇ ਚੈਨਲ ਜਰੀਏ ਨੌਜਵਾਨਾਂ ਨੂੰ ਇੱਕ ਸੁਨੇਹਾ ਦੇਵਾਂਗੇ, ਇੱਕ ਅਪੀਲ ਕਰਾਂਗੇ ਕਿ ਅਜਿਹੇ ਭੜਕਾਊ ਬਿਆਨਾਂ ਦੇ ਵਿੱਚ ਆ ਕੇ ਕੋਈ ਅਜਿਹਾ ਪੁੱਠਾ ਸਿੱਧਾ ਕੰਮ ਆਪਾਂ ਨਾ ਕਰ ਬੈਠੀਏ ਜਿਸ ਦੇ ਨਾਲ ਕਿਸਾਨੀ ਸੰਘਰਸ਼ ਨੂੰ ਜਿਹੜੀ ਢਾਹ ਲੱਗੇ ਜਾਂ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋਵੇ। ਕੈਮਰਾਮੈਨ ਅਮਰੀਕ ਸਿੰਘ ਪੰਮੀ ਦੇ ਨਾਲ ਭਗਵੰਤ ਸਿੰਘ ਮਟੌਰ, ਸ਼੍ਰੀ ਅਨੰਦਪੁਰ ਸਾਹਿਬ।